ਇੰਜੀਨੀਅਰਿੰਗ ਮੈਥਮੈਟਿਕਸ 1 ਦੇ ਲੈਕਚਰ ਵਿੱਚ ਤੁਹਾਡਾ ਫਿਰ ਤੋਂ ਸਵਾਗਤ ਹੈ ਅਤੇ ਇਹ ਲੈਕਚਰ ਨੰਬਰ 26 ਹੈ। ਅਸੀਂ ਬੀਟਾ ਅਤੇ ਗਾਮਾ ਫੰਕਸ਼ਨ ਬਾਰੇ ਚਰਚਾ ਕੰਟੀਨਿਊ ਰੱਖਾਂਗੇ। ਇਸ ਲਈ ਇਹ ਇੰਪਰੋਪਰ ਇੰਟੀਗਰਲ ਲਈ ਵਿਸ਼ੇਸ਼ ਕਿਸਮ ਦੀਆਂ ਉਦਾਹਰਨਾਂ ਹਨ। ਅਤੇ ਅੱਜ ਅਸੀਂ ਮੁੱਖ ਤੌਰ ਤੇ ਉਹਨਾਂ ਦੀਆਂ ਪ੍ਰਾਪਰਟੀਜ਼ ਅਤੇ ਉਹਨਾਂ ਇੰਟੀਗਰਲਸ ਦਾ ਮੁਲਾਂਕਣ ਕਰਨ ਬਾਰੇ ਗੱਲ ਕਰਾਂਗੇ। ਅਤੇ ਪਿਛਲੇ ਲੈਕਚਰ ਵਿੱਚ ਅਸੀਂ ਪਹਿਲਾਂ ਹੀ ਉਹਨਾਂ ਇੰਟੀਗਰਲ ਦੇ ਕਨਵਰਜੈਂਸ ਨੂੰ ਦੇਖ ਚੁੱਕੇ ਹਾਂ। ਅਤੇ ਜੇਕਰ ਤੁਹਾਨੂੰ ਯਾਦ ਹੋਵੇਗਾ ਕਿ ਬੀਟਾ ਫੰਕਸ਼ਨ ਇਹ ਇੰਪਰੋਪਰ ਇੰਟੀਗਰਲ ਸੀ 0 ਤੋਂ 1 ਅਤੇ x ਪਾਵਰ m-1 1 x ਪਾਵਰ n-1 dx ਜੋ ਕਨਵਰਜ ਹੁੰਦਾ ਹੈ ਜਦੋਂ ਇਹ m ਅਤੇ n ਇਹ ਨੰਬਰ ਇੱਥੇ ਪਾਵਰ ਐਕਸਪੋਨੈਂਟ ਵਿੱਚ, ਇਸ ਲਈ m ਅਤੇ n ਕੇਵਲ ਪੋਜ਼ਿਟਿਵ ਹਨ ਅਤੇ ਇਹ ਇੰਟੀਗਰਲ ਡਾਇਵਰਜ ਹੁੰਦਾ ਹੈ ਜਦੋਂ m ਅਤੇ n ਉਹ 0 ਤੋਂ ਘੱਟ ਜਾਂ ਇਸ ਦੇ ਬਰਾਬਰ ਹੁੰਦੇ ਹਨ। ਅਤੇ ਅਸੀਂ ਗਾਮਾ ਫੰਕਸ਼ਨ ਲਈ ਵੀ ਇਹ ਵੇਖਿਆ ਹੈ ਕਿ ਇਹ ਇੰਟੀਗਰਲ ਇਸ ਮਿਕਸਡ ਕਿਸਮ ਦਾ ਇੰਪਰੋਪਰ ਇੰਟੀਗਰਲ 0 ਤੋਂ ਇਨਫਿਨਿਟੀ ਪਾਵਰ -x ਪਾਵਰ n-1 dx ਇਹ ਕਨਵਰਜ ਹੁੰਦਾ ਹੈ ਜੇਕਰ ਇਹ n 0 ਤੋਂ ਵੱਡਾ ਹੁੰਦਾ ਹੈ। ਅਤੇ ਜਦੋਂ n 0 ਤੋਂ ਘੱਟ ਜਾਂ ਇਸ ਦੇ ਬਰਾਬਰ ਹੁੰਦਾ ਹੈ ਤਾਂ ਇਹ ਡਾਇਵਰਜ ਹੁੰਦਾ ਹੈ। ਇਸ ਲਈ ਪਹਿਲਾਂ ਅਸੀਂ ਇਸ ਬੀਟਾ ਫੰਕਸ਼ਨ ਦੀ ਵਿਸ਼ੇਸ਼ ਪ੍ਰਾਪਰਟੀ ਬਾਰੇ ਵਿਚਾਰ ਕਰਾਂਗੇ ਜੋ ਕਿ ਸਿਮੈਟਰੀ ਪ੍ਰਾਪਰਟੀ ਹੈ ਅਤੇ ਇਹ ਬੀਟਾ bmn ਲਈ ਇੰਪਰੋਪਰ ਇੰਟੀਗਰਲ ਹੈ। ਅਤੇ ਜੇ ਅਸੀਂ ਇੱਥੇ ਸਬਸਟੀਟਿਊਟ ਕਰਦੇ ਹਾਂ ਕਿ 1 x y ਦੇ ਬਰਾਬਰ ਹੈ ਤਾਂ ਅਸੀਂ ਆਸਾਨੀ ਨਾਲ ਦੇਖ ਸਕਦੇ ਹਾਂ ਕਿ bmn ਜੋ ਕਿ bn m ਦੇ ਇਕੁਅਲ ਹੈ। ਇਸ ਲਈ ਆਓ ਅਸੀਂ ਇਸ ਨੂੰ ਇੱਥੇ ਕਰੀਏ। ਜੇ ਅਸੀਂ ਇੱਥੇ ਸਬਸਟੀਟਿਊਟ ਕਰਦੇ ਹਾਂ 1 x y ਦੇ ਇਕੁਅਲ ਹੈ, ਇਸ ਦਾ ਮਤਲਬ ਹੈ ਕਿ -a dx dy ਦੇ ਇਕੁਅਲ ਹੈ ਅਤੇ ਫਿਰ ਇਹ ਇੰਟੀਗਰਲ, ਇਸ ਲਈ ਫਿਰ x 0, ਇਸ ਲਈ y 1 ਅਤੇ ਫਿਰ ਸਾਡੇ ਕੋਲ ਇੱਥੇ ਹੈ x ਪਾਵਰ m-1, ਇਸ ਲਈ ਇੱਥੋਂ x1 y ਬਣ ਜਾਂਦਾ ਹੈ। ਇਸ ਲਈ x ਪਾਵਰ m-1, ਇਸ ਲਈ ਸਾਡੇ ਕੋਲ 1 y ਪਾਵਰ m-1 ਅਤੇ 1 xy ਹੈ, ਇਸ ਲਈ y ਪਾਵਰ n-1 ਅਤੇ ਇਹ dx ਨੈਗੇਟਿਵ ਸਾਈਨ ਨਾਲ dy ਬਣ ਜਾਵੇਗਾ। ਇਸ ਲਈ ਇਸ ਨੂੰ ਅਸੀਂ ਹੁਣ ਰਿਵਰਟ ਕਰ ਸਕਦੇ ਹਾਂ। ਇਸ ਲਈ 0 ਤੋਂ 1 n ਸਾਡੇ ਕੋਲ y ਪਾਵਰ n-1 ਅਤੇ 1 y ਪਾਵਰ m-1 dy ਹੈ। ਇਸ ਲਈ ਇਹ ਦੁਬਾਰਾ ਬੀਟਾ ਫੰਕਸ਼ਨ ਹੈ ਅਤੇ ਜਿਸ ਨੂੰ ਸਾਡੇ ਨੋਟੇਸ਼ਨ ਅਨੁਸਾਰ ਬੀਟਾ ਦੁਆਰਾ ਦਰਸਾਇਆ ਜਾਵੇਗਾ। ਇਸ ਲਈ ਇੱਥੇ 1 ਹੈ y ਪਾਵਰ n-1, ਇਸ ਲਈ ਇਹ n ਹੈ ਅਤੇ 1 y ਪਾਵਰ m-n, ਇਸ ਲਈ ਸਾਡੇ ਨੋਟੇਸ਼ਨ ਅਨੁਸਾਰ ਇਹ ਬੀਟਾ n m ਹੈ। ਇਸ ਲਈ ਇਹ ਬੀਟਾ n m ਇਸ ਬੀਟਾ mn ਦੇ ਬਰਾਬਰ ਹੈ। ਇਸ ਲਈ ਸਾਡੇ ਕੋਲ ਇੱਥੇ ਸਿਮੈਟਰੀ ਪ੍ਰਾਪਰਟੀ ਹੈ। ਇਸ ਲਈ ਕੋਈ ਮੈਟਰ ਨਹੀਂ ਕਰਦਾ ਕਿ ਅਸੀਂ ਇਸ ਬੀਟਾ ਨੂੰ mn ਨਾਲ ਜਾਂ ਬੀਟਾ n m ਨਾਲ ਕੰਪਿਊਟ ਕਰਦੇ ਹਾਂ। ਇਸ ਲਈ ਕਿ ਹੁਣ ਤੁਸੀਂ ਭਵਿੱਖ ਦੇ ਡਿਸਕਸ਼ਨ ਵਿੱਚ ਇਸ ਗੱਲ ਨੂੰ ਧਿਆਨ ਵਿੱਚ ਰੱਖੋਗੇ। ਅਤੇ ਇਸ ਲਈ ਇਸ ਬੀਟਾ ਫੰਕਸ਼ਨ ਦਾ ਮੁਲਾਂਕਣ ਕਿਵੇਂ ਕਰਨਾ ਹੈ? ਸਵਾਲ ਮੁਲਾਂਕਣ ਦਾ ਹੈ ਕਿਉਂਕਿ ਇਹ ਵਿਸ਼ੇਸ਼ ਇੰਟੀਗਰਲ ਇੰਪਰੋਪਰ ਇੰਟੀਗਰਲ ਹਨ ਅਤੇ ਇਸ ਬੀਟਾ ਫੰਕਸ਼ਨ ਦਾ ਮੁਲਾਂਕਣ ਕਰਨ ਲਈ ਵਿਸ਼ੇਸ਼ ਧਿਆਨ ਦੇਣਾ ਪਵੇਗਾ। ਇਸ ਲਈ ਮੰਨ ਲਓ ਕਿ ਇੱਥੇ n ਇੱਕ ਪੋਜ਼ਿਟਿਵ ਨੰਬਰ ਹੈ। ਇਸ ਲਈ ਬਹੁਤ ਸਾਰੇ ਕੇਸਸ ਵਿੱਚ ਅਸੀਂ ਡਿਸਕਸ ਕਰ ਸਕਦੇ ਹਾਂ ਜਾਂ ਅਸੀਂ ਉਸ ਇੰਟੀਗਰਲ ਨੂੰ ਬਹੁਤ ਹੀ ਆਸਾਨ ਤਰੀਕੇ ਨਾਲ ਕੰਪਿਊਟ ਕਰ ਸਕਦੇ ਹਾਂ। ਇਸ ਲਈ ਪਹਿਲੇ ਕੇਸ ਨੂੰ ਅਸੀਂ ਇੱਥੇ ਕੰਸੀਡਰ ਕਰ ਰਹੇ ਹਾਂ ਜਦੋਂ n ਇੱਕ ਪੋਜ਼ਿਟਿਵ ਨੰਬਰ ਹੈ। ਇਸ ਲਈ ਇਸ ਕੇਸ ਵਿੱਚ ਅਸੀਂ ਦਿੱਤੇ ਗਏ ਇੰਟੀਗਰਲ ਇਸ ਬੀਟਾ mn ਨੂੰ ਕੰਸੀਡਰ ਕਰਦੇ ਹਾਂ। ਅਤੇ ਹੁਣ ਜੇਕਰ ਅਸੀਂ ਇਸ ਨੂੰ ਪਾਰਟਸ ਦੁਆਰਾ ਇੰਟੀਗ੍ਰੇਟ ਕਰਦੇ ਹਾਂ ਤਾਂ ਇਸ n ਨੂੰ ਇੱਕ ਪੋਜ਼ਿਟਿਵ ਇੰਟੀਜਰ ਵਜੋਂ ਲਿਆ ਜਾਂਦਾ ਹੈ। ਇਸ ਲਈ ਅਸੀਂ ਫੰਕਸ਼ਨ ਦੇ ਇਸ ਪਾਰਟ ਨੂੰ ਡਿਫਰੈਂਸ਼ੀਏਟ ਕਰਾਂਗੇ ਅਤੇ ਫਿਰ ਇਹ ਇੰਟੀਗ੍ਰੇਸ਼ਨ ਲਈ ਹੋਵੇਗਾ ਜਦੋਂ ਅਸੀਂ ਪਾਰਟਸ ਦੁਆਰਾ ਇਹ ਇੰਟੀਗ੍ਰੇਸ਼ਨ ਕਰਦੇ ਹਾਂ। ਇਸ ਲਈ ਇਹ ਇੱਥੇ ਇਸ x ਪਾਵਰ m-1 ਦਾ ਇੰਟੀਗਰਲ ਹੋਵੇਗਾ ਜੋ x ਪਾਵਰ m ਹੈ ਅਤੇ ਇਸ m ਨਾਲ ਡਿਵਾਈਡ ਕੀਤਾ ਗਿਆ ਹੈ ਇਸ x ਪਾਵਰ m-1 ਲਈ। ਅਤੇ ਹੁਣ ਇਹ ਇਸੇ ਤਰ੍ਹਾਂ ਰਹੇਗਾ ਕਿਉਂਕਿ ਇਹ 1 x ਪਾਵਰ n-1 ਹੈ ਅਤੇ ਫਿਰ ਸਾਡੇ ਕੋਲ ਇਹ ਲਿਮਿਟ 0 ਤੋਂ 1 ਹੈ ਪਲੱਸ ਇਸ x ਪਾਵਰ m-1 ਦਾ ਇੰਟੀਗਰਲ ਮਾਈਨਸ ਸਾਈਨ ਦੇ ਨਾਲ ਹੈ, ਪਰ ਇਹ ਕੰਪਲਸਿਵ ਹੋਵੇਗਾ। ਇਸ ਲਈ ਇੱਥੇ x ਪਾਵਰ m ਨਾਲ ਡਿਵਾਈਡ ਕੀਤਾ ਗਿਆ ਹੈ ਅਤੇ ਫਿਰ ਸਾਡੇ ਕੋਲ n-1 ਅਤੇ 1 x ਪਾਵਰ n-2
ਅਤੇ dx ਹੈ। ਇਸ ਲਈ ਇੱਥੇ n -1 ਹੈ ਅਤੇ ਇਹ m ਨਾਲ ਡਿਵਾਈਡ ਕੀਤਾ ਗਿਆ ਹੈ। ਇਸ ਲਈ ਹੁਣ ਸਾਡੇ ਕੋਲ ਜੋ ਕੁਝ ਬਚਿਆ ਹੈ ਉਹ n-1 ਹੈ ਅਤੇ m ਨਾਲ ਡਿਵਾਈਡ ਕੀਤਾ ਗਿਆ ਹੈ। ਅਸੀਂ ਇਸ ਨੂੰ ਇੰਟੀਗਰਲ ਤੋਂ ਬਾਹਰ ਲਿਆ ਹੈ, ਇਸ ਲਈ ਇੰਟੀਗਰਲ 0 ਤੋਂ 1 x ਪਾਵਰ m n1 x ਪਾਵਰ n-2 ਹੋ ਜਾਂਦੀ ਹੈ ਅਤੇ ਇਹ ਇੱਥੇ dx ਹੈ। ਇਸ ਲਈ ਅਸੀਂ ਕੇਵਲ ਪਾਰਟਸ ਦੁਆਰਾ ਇੰਟੀਗਰੇਸ਼ਨ ਕੀਤਾ ਹੈ। ਇੰਟੀਗਰਲ ਨੂੰ ਧਿਆਨ ਵਿੱਚ ਰੱਖਦੇ ਹੋਏ ਕਿ ਇਸ n ਨੂੰ ਪੋਜ਼ਿਟਿਵ ਇੰਟੀਜਰ ਲਿਆ ਗਿਆ ਹੈ, ਤਾਂ ਕਿ ਹੁਣ ਜਦੋਂ ਵੀ ਲੋੜ ਪਵੇ ਅਸੀਂ ਇਸ ਫੰਕਸ਼ਨ ਨੂੰ ਡਿਫਰੈਂਸ਼ੀਏਟ ਕਰਾਂਗੇ ਅਤੇ ਇਹ ਇੰਟੀਗਰਲ ਲਈ ਵਰਤਿਆ ਜਾਏਗਾ। ਇਸ ਲਈ ਅਸੀਂ ਫੰਕਸ਼ਨ ਨੂੰ ਇੰਟੀਗਰੇਟਡ ਕੀਤਾ ਹੈ ਅਤੇ ਇਸ ਨੂੰ ਇਸ ਤਰ੍ਹਾਂ ਰੱਖਿਆ ਗਿਆ ਹੈ ਕਿਉਂਕਿ ਇਹ ਇੱਥੇ ਪਹਿਲੇ ਪਾਰਟ ਵਿੱਚ ਹੈ, ਫਿਰ ਲਿਮਿਟਸ ਅਤੇ ਫਿਰ ਪਲਸ ਦੁਬਾਰਾ ਉਹੀ ਚੀਜ਼ ਅਤੇ ਅਸੀਂ ਡਿਫਰੈਂਸ਼ੀਏਟ ਕੀਤਾ ਹੈ ਅਤੇ ਹੁਣ ਇਹ 1n-1 x ਪਾਵਰ n-2 ਹੈ ਅਤੇ ਇਹ -x ਇਸ ਲਈ ਜੋ ਦੁਬਾਰਾ -1 ਹੋ ਜਾਵੇਗੀ ਡਿਫਰੈਂਸ਼ੀਏਸ਼ਨ ਰਿਲੇਸ਼ਨ ਜੋ ਕਿ ਉਸ -1 ਨੂੰ ਲਿਆ ਗਿਆ ਹੈ। ਕਿਉਂਕਿ ਇੱਥੇ ਇਸ ਫਾਰਮੂਲੇ ਵਿੱਚ ਮਾਈਨਸ ਸਾਈਨ ਦਿਖਾਈ ਦੇਣਾ ਚਾਹੀਦਾ ਹੈ, ਇਸ ਲਈ ਸਾਡੇ ਕੋਲ ਇਹ ਹੈ ਕਿਉਂਕਿ ਇਹ ਫਸਟ ਇੰਟੀਗਰਲ ਅਲੋਪ ਹੋ ਜਾਵੇਗਾ ਜਦੋਂ x 1 ਤੱਕ ਪਹੁੰਚਦਾ ਹੈ। ਇਹ ਇੰਟੀਗਰਲ 0 ਹੋ ਜਾਵੇਗਾ ਜਦੋਂ n ਇੱਕ ਪੋਜ਼ਿਟਿਵ ਇੰਟੀਜਰ ਹੈ, ਤਾਂ ਜੋ ਇਸ ਦਾ ਮਤਲਬ ਹੈ ਕਿ 1 2 3 ਇਸ ਲਈ ਉਸ ਕੇਸ ਵਿੱਚ ਸਾਡੇ ਕੋਲ ਇਹ 0 ਹੋ ਜਾਵੇਗਾ ਅਤੇ ਜਦੋਂ x 0 ਤੱਕ ਪਹੁੰਚਦਾ ਹੈ ਇਸ x ਦੇ ਕਾਰਨ ਇਹ 0 ਹੋ ਜਾਵੇਗਾ। ਇਸ ਲਈ ਜਦੋਂ n 1 ਹੈ ਤਾਂ ਕੀ ਹੋਵੇਗਾ ਕਿਉਂਕਿ n 1 ਦੇ ਇਕੁਅਲ ਹੈ ਇਹ ਕੁਝ ਵੀ ਹੋਵੇਗਾ। ਜਦੋਂ ਅਸੀਂ ਇਸ ਨੂੰ ਵੱਖਰੇ ਤਰੀਕੇ ਨਾਲ ਡੀਲ ਕਰ ਸਕਦੇ ਹਾਂ ਤਾਂ ਸਾਨੂੰ ਇਸ ਤਰੀਕੇ ਨਾਲ ਉਸ ਕੇਸ ਨੂੰ ਕੰਸੀਡਰ ਕਰਨ ਦੀ ਲੋੜ ਨਹੀਂ ਹੈ। ਇਸ ਲਈ ਇਹ ਜਦੋਂ n 1 ਨਾਲੋਂ ਵੱਡਾ ਹੈ ਜਾਂ ਇਸ ਦੇ ਇਕੁਅਲ ਹੁੰਦਾ ਹੈ, ਕਿਉਂਕਿ ਜਦੋਂ n 1 ਦੇ ਇਕੁਅਲ ਹੁੰਦਾ ਹੈ ਤਾਂ ਸਾਡੇ ਕੋਲ ਇਹ ਟਰਮ ਨਹੀਂ ਹੈ ਅਤੇ ਅਸੀਂ ਦਿੱਤੇ ਫੰਕਸ਼ਨ x ਪਾਵਰ m-1 ਲਈ ਇਸ ਦਾ ਆਸਾਨੀ ਨਾਲ ਮੁਲਾਂਕਣ ਕਰ ਸਕਦੇ ਹਾਂ। ਇਸ ਲਈ ਇੱਥੇ ਇਹ ਜਦੋਂ ਦੁਬਾਰਾ ਕਰਦੇ ਹਾਂ ਤਾਂ ਪਾਰਸ਼ਲ ਇੰਟੀਗਰੇਸ਼ਨ ਪਾਰਟਸ ਦੁਆਰਾ ਇਹ ਇੰਟੀਗਰੇਸ਼ਨ ਕਈ ਵਾਰ ਕਰਾਂਗੇ ਜਦੋਂ ਤੱਕ ਅਸੀਂ ਇਸ ਐਕਸਪੋਨੈਂਟ ਨੂੰ ਹਟਾ ਨਹੀਂ ਸਕਦੇ ਹਾਂ। ਇੱਥੇ ਇਸ ਦੀ ਪਾਵਰ n-2 ਹੈ, ਇਸ ਲਈ n ਦੇ ਆਧਾਰ ਤੇ ਸਾਨੂੰ ਕਈ ਵਾਰ ਡਿਫਰੈਂਟ ਇੰਟੀਗਰੇਟ ਕਰਨਾ ਪਏਗਾ। ਇਸ ਲਈ ਆਮ ਤੌਰ ਤੇ ਜੋ ਅਸੀਂ ਇੱਥੇ ਪ੍ਰਾਪਤ ਕਰਾਂਗੇ ਅਸੀਂ ਇਸ ਨੂੰ ਕਰਦੇ ਰਹਾਂਗੇ। ਸਾਡੇ ਕੋਲ ਅਗਲੀ ਇਟਰੇਸ਼ਨ ਵਿੱਚ n-1 ਹੈ, ਸਾਨੂੰ n-2 ਅਤੇ ਫਿਰ n-3 ਅਤੇ ਇਸੇ ਤਰ੍ਹਾਂ ਹੀ ਪ੍ਰਾਪਤ ਹੋਣਗੇ ਜਦੋਂ ਤੱਕ ਅਸੀਂ ਇਹ ਨਹੀਂ ਵੇਖਦੇ ਕਿ ਇਹ n ਇੱਥੇ 1 ਬਣ ਰਿਹਾ ਹੈ ਅਤੇ ਫਿਰ ਇਹ ਅਲੋਪ ਹੋ ਜਾਂਦਾ ਹੈ। ਇਸ ਲਈ ਉੱਥੇ n-n ਇਸ ਲਈ ਇਹ ਜਦੋਂ ਉੱਥੇ 2 ਸੀ ਤਾਂ ਸਾਨੂੰ ਇੱਥੇ 1 ਮਿਲਿਆ। ਜਦੋਂ n ਟਾਈਮ ਦੇ ਕਿਸੇ ਪੁਆਇੰਟ ਤੇ ਆ ਰਿਹਾ ਹੋਵੇਗਾ ਤਾਂ n-1 ਇੱਥੇ ਆਵੇਗਾ। ਇਸ ਲਈ ਉਸ ਕੇਸ ਵਿੱਚ ਇਹ ਹੁਣ n-n ਬਣ ਜਾਵੇਗਾ ਅਤੇ ਫਿਰ ਇਹੀ ਕੁਝ ਇੱਥੇ ਵਾਪਰੇਗਾ। ਇਸ ਲਈ ਸਾਡੇ ਕੋਲ m ਹੈ ਅਤੇ ਫਿਰ ਇਹ ਅਗਲੀ ਇਟਰੇਸ਼ਨ ਇਹ m+1 ਫਿਰ m+2 ਅਤੇ ਹੋਰ ਹੋਣਗੇ ਅਤੇ ਅਸੀਂ ਵੇਖਾਂਗੇ ਕਿ ਅਸੀਂ ਇੱਥੇ ਪੈਟਰਨ ਵੇਖ ਸਕਦੇ ਹਾਂ। ਇਸ ਲਈ ਜਦੋਂ ਉੱਥੇ 2 ਸੀ ਤਾਂ 1 ਇਸ ਟਰਮ ਵਿੱਚ ਆ ਰਿਹਾ ਹੈ, 3 ਅਤੇ 2 ਆਉਣਗੇ ਅਤੇ ਇਸ ਤਰ੍ਹਾਂ 1 ਘੱਟ ਹੈ ਜੋ ਅਸੀਂ ਇੱਥੇ ਜੋੜ ਰਹੇ ਹਾਂ। ਇਸ ਲਈ ਸਾਡੇ ਕੋਲ n-1 ਹੈ, ਇਸ ਲਈ n-2 ਇੱਥੇ m ਦੇ ਨਾਲ ਆਵੇਗਾ। ਇਸ ਲਈ ਸਾਡੇ ਕੋਲ ਡਿਨੋਮੀਨੇਟਰ dx ਟਰਮਜ਼ ਵਿੱਚ m+1 ਅਪ ਟੂ m+n-2 ਅਤੇ ਨਿਊਮਰੇਟਰ ਇਹ 1 ਤੱਕ ਜਾ ਰਿਹਾ ਹੈ। ਇਸ ਲਈ ਇੱਥੇ n ਨੂੰ n ਨਾਲ ਕੈਂਸਲ ਕਰੋ ਅਤੇ ਇਹ ਇੱਕ ਟਰਮ ਹੈ। ਇਸ ਲਈ ਇਹ ਹੋਰ ਕੁਝ ਨਹੀਂ ਬਸ n-1 n-2 ਅਤੇ ਇਹ ਪ੍ਰੋਡਕਟ 1 ਤੱਕ ਕੰਟੀਨਿਊ ਰੱਖੋ ਅਤੇ ਫਿਰ ਇਹ ਇੰਟੀਗਰਲ 0 ਤੋਂ 1 ਅਤੇ x ਪਾਵਰ ਬਣ ਜਾਂਦਾ ਹੈ। ਇਸ ਲਈ ਕਿਉਂਕਿ ਇੱਥੇ ਪਾਵਰ ਵੱਧ ਰਹੀ ਹੈ, ਇਹ ਇੱਕ ਵਾਰ ਪਾਰਟਸ ਦੁਆਰਾ ਇੰਟੀਗਰੇਸ਼ਨ ਦੇ ਬਾਅਦ x m-1 ਸੀ ਕਿਉਂਕਿ ਇਹ ਇੱਥੇ m ਹੈ। ਇਸ ਲਈ ਸਧਾਰਨ ਤੌਰ ਤੇ ਇਹ ਉਹੀ ਹੈ ਜੋ ਸਾਡੇ ਕੋਲ ਪਿਛਲੀ ਟਰਮ ਵਿੱਚ ਡਿਨੋਮੀਨੇਟਰ ਵਿੱਚ ਹੈ। ਇਸ ਲਈ ਇਸ x ਦੀ ਇਹ ਪਾਵਰ m+n-2 ਬਣ ਜਾਵੇਗੀ। ਇਸ ਲਈ m+n-2 dx ਅਤੇ ਹੁਣ ਇਹ ਇੰਟੀਗਰਲ ਹੈ ਜਿਸ ਦੀ ਕੋਈ ਹੋਰ ਟਰਮ ਨਹੀਂ 1-x ਟਰਮ ਪੂਰੀ ਤਰ੍ਹਾਂ ਅਲੋਪ ਹੋ ਗਈ ਹੈ। ਇਸ ਲਈ ਸਾਡੇ ਕੋਲ ਕੇਵਲ ਇੱਕ ਟਰਮ ਇੰਟੀਗਰਲ ਹੈ ਅਤੇ ਇਸ ਨੂੰ ਇੰਟੀਗਰੇਟ ਕਰਨਾ ਆਸਾਨ ਹੁੰਦਾ ਹੈ। ਤਾਂ ਇਸ ਇੰਟੀਗਰੇਸ਼ਨ ਤੋਂ ਬਾਅਦ ਸਾਨੂੰ ਕੀ ਮਿਲਦਾ ਹੈ? ਇਹ x ਪਾਵਰ m+n-1 ਹੋਵੇਗਾ ਕਿਉਂਕਿ ਅਸੀਂ ਇਸ ਵਿੱਚ 1 ਜੋੜਾਂਗੇ ਅਤੇ ਫਿਰ ਇਸ ਨੂੰ ਇਸ ਟਰਮ ਨਾਲ ਦੁਬਾਰਾ ਡਿਵਾਈਡ ਕੀਤਾ ਜਾਵੇਗਾ ਅਤੇ ਫਿਰ ਸਾਡੇ ਕੋਲ 0 ਤੋਂ 1 ਤੱਕ ਲਿਮਿਟਸ ਹੁੰਦੀਆਂ ਹਨ। ਇਸ ਲਈ ਜਦੋਂ ਅਸੀਂ ਇਸ x ਨੂੰ 1 ਦੇ ਇਕੁਅਲ ਰੱਖਦੇ ਹਾਂ ਤਾਂ ਸਾਨੂੰ 1/m+n-1 ਮਿਲੇਗਾ ਅਤੇ ਇਹੀ ਕਾਰਨ ਹੈ ਕਿ ਅਸੀਂ ਇੱਥੇ ਇਸ ਪ੍ਰੋਡਕਟ ਨੂੰ m+n-1 ਤੇ ਲੈ ਗਏ ਹਾਂ, ਜੋ ਕਿ ਅਗਲੀ ਟਰਮ ਹੈ
ਜਦੋਂ ਅਸੀਂ ਉੱਥੇ 1 ਤੇ ਹੁੰਦੇ ਹਾਂ ਤਾਂ ਸਾਡੇ ਕੋਲ ਇੱਥੇ ਕੰਟੀਨਿਊ ਰੱਖਣਾ ਹੁੰਦਾ ਹੈ, ਸਾਡੇ ਕੋਲ m+1 ਤੋਂ ਇਸ m+n-2 ਅਤੇ ਫਿਰ ਆਖਰੀ ਟਰਮ m+n-1 ਹੁੰਦੀ ਹੈ, ਅਤੇ ਜਦੋਂ ਅਸੀਂ ਉੱਥੇ 0 ਪਾਉਂਦੇ ਹਾਂ, ਤਾਂ ਇਹ 0 ਹੋਵੇਗਾ, ਇਸ ਲਈ ਇਹ ਇਸ ਇੰਟੀਗਰਲ ਦਾ ਨਤੀਜਾ ਹੈ। ਇਸ ਇੰਟੀਗਰਲ ਤੋਂ ਅਸੀਂ ਸਿਰਫ 1/m+n-1 ਪ੍ਰਾਪਤ ਕਰਾਂਗੇ, ਇਸ ਲਈ ਇਸ ਟਰਮ ਨੂੰ ਇੱਥੇ ਅਸੀਂ ਸ਼ਾਮਿਲ ਕੀਤਾ ਹੈ, ਇਸ ਲਈ m+n-1 ਅਤੇ ਇੱਥੇ ਨਿਊਮਰੇਟਰ ਕਿਉਂਕਿ ਇਹ m-1 ਤੋਂ 1 ਤੱਕ ਦਾ ਪ੍ਰੋਡਕਟ ਸੀ ਅਤੇ ਇਹ ਉਸ ਫੈਕਟੋਰੀਅਲ ਦੀ ਪਰਿਭਾਸ਼ਾ ਹੈ ਜਿਸ ਦੀ ਅਸੀਂ ਵਰਤੋਂ ਕੀਤੀ ਸੀ। ਇਸ ਲਈ ਇਹ ਹੁਣ ਨੋਟੇਸ਼ਨ ਫੈਕਟੋਰੀਅਲ n-1 ਹੈ ਜੋ ਅਸੀਂ ਇਸ ਪ੍ਰੋਡਕਟ n-1 ਅਤੇ n-2 ਅਪ ਟੂ 1 ਲਈ ਵਰਤਦੇ ਹਾਂ। ਇਸ ਲਈ ਇਹ ਬੀਟਾ mn, ਜਦੋਂ ਇਹ n ਇੱਕ ਪੋਜ਼ਿਟਿਵ ਇੰਟੀਜਰ ਹੁੰਦਾ ਹੈ ਤਾਂ ਸਾਨੂੰ ਪਤਾ ਲੱਗ ਜਾਂਦਾ ਹੈ ਕਿ ਇਹ ਫੈਕਟੋਰੀਅਲ n-1 ਹੈ ਅਤੇ ਫਿਰ ਇੱਥੇ ਇਹ ਪ੍ਰੋਡਕਟ mm+1 ਅਪ ਟੂ m+n-1 ਹੈ। ਇਸ ਲਈ ਉਹੀ ਚੀਜ਼ ਜੋ ਅਸੀਂ ਕਰ ਸਕਦੇ ਹਾਂ ਜਦੋਂ ਅਸੀਂ ਇਹ ਮੰਨਦੇ ਹਾਂ ਕਿ m ਪੋਜ਼ਿਟਿਵ ਹੈ ਅਤੇ ਇਹ ਨੋਟ ਕਰਦੇ ਹੋਏ ਕਿ ਇਹ ਬੀਟਾ ਇੱਕ ਸਿਮੈਟ੍ਰਿਕ ਫੰਕਸ਼ਨ ਹੈ ਜੋ ਅਸੀਂ ਹੁਣੇ ਪਹਿਲਾਂ ਵੇਖਿਆ ਹੈ। ਇਸ ਲਈ ਇੱਥੇ ਬਿਲਕੁਲ ਵੀ ਕੋਈ ਸਮੱਸਿਆ ਨਹੀਂ ਹੈ, ਤੁਹਾਨੂੰ ਸਿਮਿਲਰ ਫਾਰਮੂਲਾ ਮਿਲੇਗਾ, ਇਸ m ਨੂੰ n ਦੁਆਰਾ ਬਦਲ ਦਿੱਤਾ ਜਾਵੇਗਾ। ਇਸ ਲਈ ਇਸ ਕੇਸ ਵਿੱਚ ਅਸੀਂ ਹੁਣੇ ਵੇਖਿਆ ਹੈ ਜਦੋਂ ਅਸੀਂ ਕੋਈ ਪੋਜ਼ਿਟਿਵ ਨੰਬਰ ਲਿਆ ਹੈ। ਇਸ ਲਈ ਜਦੋਂ ਅਸੀਂ ਕੋਈ ਪੋਜ਼ਿਟਿਵ ਇੰਟੀਜਰ ਲਿਆ ਹੈ ਤਾਂ ਸਾਨੂੰ ਇਹ ਮਿਲਦਾ ਹੈ ਬੀਟਾ mn ਫੈਕਟੋਰੀਅਲ n-1 ਦੇ ਰੂਪ ਵਿੱਚ ਅਤੇ ਇਹਨਾਂ m ਟਰਮਜ਼ m ਦਾ ਇਹ ਪ੍ਰੋਡਕਟ। ਅਸੀਂ ਉਹੀ ਸਮਾਨ ਗਣਨਾ ਕਰ ਸਕਦੇ ਹਾਂ ਜਦੋਂ m ਇੱਕ ਪੋਜ਼ਿਟਿਵ ਇੰਟੀਜਰ ਹੈ। ਅਤੇ ਉਸ ਕੇਸ ਵਿੱਚ ਵੀ ਅਸੀਂ ਇੱਕ ਸਿਮਿਲਰ ਨਤੀਜਾ ਪ੍ਰਾਪਤ ਕਰਾਂਗੇ ਅਤੇ ਨਤੀਜਾ ਇਹ ਹੋਵੇਗਾ ਕਿ ਅਸੀਂ ਇਸ m ਨੂੰ n ਦੁਆਰਾ ਬਦਲ ਸਕਦੇ ਹਾਂ ਤਾਂ ਸਾਨੂੰ ਇਹ ਐਕਸਪ੍ਰੈਸ਼ਨ ਇੱਥੇ m-1 ਫੈਕਟੋਰੀਅਲ ਨਾਲ ਮਿਲੇਗਾ ਅਤੇ ਫਿਰ ਇਹ ਟਰਮਜ਼ n ਅਤੇ +1 ਅਤੇ ਸੇਮ ਟਰਮ ਦੇ ਨਾਲ m+n-1। ਜੇ ਦੋਵੇਂ ਇੰਟੀਜ਼ਰ mn ਹਨ ਅਤੇ ਦੋਵੇਂ ਇੰਟੀਜ਼ਰ ਹਨ ਤਾਂ ਇਸ ਕੇਸ ਵਿੱਚ ਸਾਡੇ ਕੋਲ ਹੈ। ਅਸੀਂ ਜਾਂ ਤਾਂ ਇਸ ਕੇਸ ਨੂੰ ਉਦਾਹਰਣ ਵਜੋਂ ਲੈ ਸਕਦੇ ਹਾਂ। ਇਸ ਲਈ ਜਦੋਂ ਇੱਥੇ m ਵੀ ਇੰਟੀਜ਼ਰ ਹੈ, ਇਸ ਲਈ ਇਸ ਦਾ ਮਤਲਬ ਹੈ ਕਿ ਸਾਡੇ ਕੋਲ mm+1 ਅਤੇ ਇਸੇ ਤਰ੍ਹਾਂ ਹੋਰ ਹੈ। ਇੱਕ ਦੇ ਡਿਫਰੈਂਸ ਨਾਲ ਦੁਬਾਰਾ ਫਿਰ ਇਹਨਾਂ ਇੰਟੀਜ਼ਰਸ ਦਾ ਪ੍ਰੋਡਕਟ ਇੱਥੇ ਦਿਖ ਰਿਹਾ ਹੈ। ਇਸ ਲਈ ਜੇ ਅਸੀਂ ਨਿਊਮਰੇਟਰ ਅਤੇ ਡਿਨੋਮੀਨੇਟਰ ਟਰਮ ਵਿੱਚ ਮਲਟੀਪਲਾਈ ਕਰਦੇ ਹਾਂ ਨਾਲ ਹੀ m-1 m-2 ਐਂਡ ਅਪ ਟੂ 1, ਇਸ ਲਈ ਮੂਲ ਰੂਪ ਵਿੱਚ ਇੱਥੇ ਇਹ ਸਾਈਡ, ਇਸ ਲਈ ਸਾਨੂੰ ਇਹ 1 2 3 ਮਿਲ ਰਿਹਾ ਹੈ ਅਤੇ ਇਸ ਲਈ m-1 m ਉੱਤੇ ਅਤੇ ਇਹ ਪ੍ਰੋਡਕਟ m ਪਲੱਸ ਅਤੇ -1। ਇਸ ਲਈ ਇੱਥੇ ਵੀ ਇਹ ਕੁਝ ਵੀ ਨਹੀਂ ਸੀ, ਸਿਰਫ ਫੈਕਟੋਰੀਅਲ m-1, ਇਸ ਲਈ ਇਹ ਫੈਕਟੋਰੀਅਲ n-1 ਟਰਮ ਸੀ। ਇਸ ਲਈ ਅਸੀਂ ਇੱਥੇ ਫੈਕਟੋਰੀਅਲ m-1 ਟਰਮ ਦੇ ਨਾਲ ਮਲਟੀਪਲਾਈ ਕੀਤਾ ਹੈ ਅਤੇ ਫਿਰ ਇਹ 1 ਤੋਂ m ਪਲੱਸ n-1 ਪ੍ਰੋਡਕਟ ਵੀ ਬਣ ਜਾਂਦਾ ਹੈ, ਇਸ ਲਈ ਇਹ ਦੁਬਾਰਾ ਫੈਕਟੋਰੀਅਲ m ਪਲੱਸ n-1 ਬਣ ਜਾਂਦਾ ਹੈ। ਇਸ ਲਈ ਸਾਡੇ ਕੋਲ ਉੱਥੇ m-1 ਹੈ ਅਤੇ ਫੈਕਟੋਰੀਅਲ n-1 ਅਤੇ ਇੱਥੇ ਡਿਨੋਮੀਨੇਟਰ ਵਿੱਚ ਸਾਨੂੰ m ਪਲੱਸ n-1 ਫੈਕਟੋਰੀਅਲ ਮਿਲੇਗਾ। ਇਹੀ ਗੱਲ ਅਸੀਂ ਦੇਖ ਸਕਦੇ ਹਾਂ ਜੇ ਅਸੀਂ ਇਸ ਫਾਰਮੂਲੇ ਨੂੰ ਉਦਾਹਰਣ ਵਜੋਂ ਲੈਂਦੇ ਹਾਂ। n ਇਸ ਕੇਸ ਵਿੱਚ ਸਾਨੂੰ ਇਸ n-1 ਫੈਕਟੋਰੀਅਲ ਨਾਲ ਮਲਟੀਪਲਾਈ ਕਰਨਾ ਪਏਗਾ ਕਿਉਂਕਿ ਸਾਨੂੰ ਹੁਣ ਇੱਥੇ n-1 ਫੈਕਟੋਰੀਅਲ ਨਾਲ ਵੀ ਮਲਟੀਪਲਾਈ ਕਰਨਾ ਪਵੇਗਾ, ਜਿਸ ਦਾ ਅਰਥ ਹੈ 1 2 ਅਤੇ ਇਸੇ ਤਰ੍ਹਾਂ ਅੱਗੇ ਅਤੇ n-1 ਅਤੇ ਫਿਰ ਸਾਡੇ ਕੋਲ n ਹੈ, ਇਸ ਲਈ ਇਹ ਇਸ ਦੇ ਨਾਲ ਕੰਟੀਨਿਊ ਹੁੰਦਾ ਹੈ ਅਤੇ ਇਹ ਦੁਬਾਰਾ ਇਹ ਫੈਕਟੋਰੀਅਲ m ਪਲੱਸ n-1 ਬਣ ਜਾਵੇਗਾ, ਜਿਸ ਨੂੰ ਇੱਥੇ m ਪਲੱਸ n-1 ਫੈਕਟੋਰੀਅਲ ਕੰਸੀਡਰ ਕੀਤਾ ਗਿਆ। ਇਸ ਲਈ ਇਹ ਫਾਰਮੂਲਾ ਹੈ ਜਦੋਂ m n ਅਤੇ ਦੋਵੇਂ ਇੰਟੀਜ਼ਰ ਹਨ, ਇਸ ਲਈ ਸਾਡੇ ਕੋਲ ਇਹ ਬੀਟਾ ਫੰਕਸ਼ਨ ਹੈ। ਫੈਕਟੋਰੀਅਲ ਟਰਮਜ਼ ਨਾਲ ਲਿਖਿਆ ਜਾ ਸਕਦਾ ਹੈ, ਇਸ ਲਈ ਫੈਕਟੋਰੀਅਲ m-1 ਫੈਕਟੋਰੀਅਲ n-1 ਅਤੇ ਫੈਕਟੋਰੀਅਲ m ਪਲੱਸ n-1 ਨਾਲ ਡਿਵਾਈਡ ਕੀਤਾ ਜਾ ਸਕਦਾ ਹੈ। ਹੁਣ ਗਾਮਾ ਫੰਕਸ਼ਨਸ ਦਾ ਮੁਲਾਂਕਣ ਕਰਾਂਗੇ, ਇਸ ਲਈ ਕਿ ਸਾਡੇ ਕੋਲ ਇਹ ਇੰਟੀਗਰਲ 0 ਤੋਂ ਇਨਫਿਨਿਟੀ ਪਾਵਰ -x ਪਾਵਰ n dx ਹੋ ਸਕਦਾ ਹੈ ਅਤੇ ਅਸੀਂ ਉਸੇ ਆਈਡੀਆ ਦੀ ਵਰਤੋਂ ਕਰਾਂਗੇ ਕਿ ਸਿਰਫ ਪਾਰਟਸ ਦੁਆਰਾ ਇੰਟੀਗਰੇਟ ਕਰਨ ਨਾਲ ਸਾਨੂੰ ਇਸ ਗਾਮਾ n+1 ਦਾ ਇੱਕ ਸਹੀ ਰਿਲੇਸ਼ਨ ਮਿਲੇਗਾ। ਇਸ ਲਈ ਜਦੋਂ ਅਸੀਂ ਪਾਰਟਸ ਵਿੱਚ ਇੰਟੀਗਰੇਟ ਕਰਦੇ ਹਾਂ, ਇਸ ਲਈ ਸਧਾਰਨ ਤੌਰ ਤੇ ਹੁਣ ਅਸੀਂ ਇਸ x ਪਾਵਰ n-1 ਨੂੰ ਡਿਫਰੈਂਸ਼ੀਏਟ ਕਰਾਂਗੇ, ਇਸ ਲਈ ਸਾਡੇ ਕੋਲ e ਪਾਵਰ -x ਹੈ। e ਪਾਵਰ -x ਦਾ ਇੰਟੀਗਰਲ ਉਸੇ -e ਪਾਵਰ -x ਪਾਵਰ n ਇਸੇ ਤਰ੍ਹਾਂ ਹੀ ਰਹੇਗਾ ਅਤੇ ਫਿਰ ਸਾਡੇ ਕੋਲ ਇਹ ਲਿਮਿਟ 0 ਤੋਂ ਇਨਫਿਨਿਟੀ ਤੱਕ ਹੈ, ਇਸ ਲਈ ਲਿਮਿਟ 0 ਤੋਂ ਇਨਫਿਨਿਟੀ ਪਲੱਸ
ਇੰਟੀਗਰਲ ਹੈ ਜੋ ਇੱਥੇ ਮਾਈਨਸ ਮਾਈਨਸ ਇੱਥੇ ਪਲੱਸ ਬਣ ਜਾਵੇਗਾ, ਇਸ ਲਈ ਇੰਟੀਗਰਲ। ਅਤੇ ਫਿਰ ਇਸ e ਪਾਵਰ ਮਾਈਨਸ x ਦਾ ਇਹ ਇੰਟੀਗਰਲ ਜੋ ਕਿ ਮਾਈਨਸ e ਪਾਵਰ ਮਾਈਨਸ x ਹੈ ਅਤੇ ਇਹ ਮਾਈਨਸ ਪਹਿਲਾਂ ਹੀ ਧਿਆਨ ਵਿੱਚ ਲਿਆਂਦਾ ਜਾ ਚੁੱਕਾ ਹੈ। x ਪਾਵਰ n ਮਾਈਨਸ 1 ਜਦੋਂ ਅਸੀਂ ਇਸ ਨੂੰ ਡਿਫਰੈਂਸ਼ੀਏਟ ਕਰਦੇ ਹਾਂ ਤਾਂ ਇਸ ਨੂੰ n x ਪਾਵਰ n ਮਾਈਨਸ 1 ਮਿਲੇਗੀ। ਇਸ ਲਈ ਇਹ ਪਹਿਲੀ ਟਰਮ ਜਦੋਂ x ਇਨਫਿਨਿਟੀ ਦੇ ਨੇੜੇ ਪਹੁੰਚਦਾ ਹੈ ਇਸ ਐਕਸਪੋਨੈਂਟ ਦੇ ਕਾਰਨ e 0 ਤੇ ਜਾਵੇਗਾ ਅਤੇ ਜਦੋਂ x 0 ਤੱਕ ਪਹੁੰਚਦਾ ਹੈ, ਇਸ ਕਰਕੇ x n ਪੋਜ਼ਿਟਿਵ ਹੈ ਕਿਉਂਕਿ ਨਹੀਂ ਤਾਂ ਇਸ ਦਾ ਕੋਈ ਅਰਥ ਨਹੀਂ ਬਣਦਾ, ਅਸੀਂ ਪਹਿਲਾਂ ਹੀ ਕਨਵਰਜੈਂਸ ਵੇਖ ਚੁੱਕੇ ਹਾਂ। ਇਸ ਲਈ ਇਹ ਪਹਿਲੀ ਟਰਮ 0 ਹੋ ਜਾਵੇਗੀ। ਇਸ ਲਈ ਹੁਣ ਅਸੀਂ ਇਸ ਰਿਲੇਸ਼ਨ ਤੋਂ ਕੀ ਪ੍ਰਾਪਤ ਕਰ ਸਕਦੇ ਹਾਂ ਕਿ ਇਹ ਗਾਮਾ ਅਤੇ ਪਲੱਸ 1 ਦੇ ਇਕੁਅਲ ਹੈ। ਇਸ ਲਈ ਇਹ ਇੱਥੇ ਹੈ ਜੇਕਰ ਅਸੀਂ ਇਸ n ਨੂੰ ਇੰਟੀਗਰਲ ਤੋਂ ਬਾਹਰ ਲੈਂਦੇ ਹਾਂ। ਇਸ ਲਈ ਇਹ ਇੰਟੀਗਰਲ n ਤੋਂ ਇਲਾਵਾ ਕੁਝ ਨਹੀਂ ਹੈ ਅਤੇ ਫਿਰ ਸਾਡੇ ਕੋਲ 0 to ਇਨਫਿਨਿਟੀ x ਪਾਵਰ n ਮਾਈਨਸ 1 e ਪਾਵਰ ਮਾਈਨਸ x dx ਹੈ ਅਤੇ ਗਾਮਾ ਫੰਕਸ਼ਨ ਦੀ ਪਰਿਭਾਸ਼ਾ ਅਨੁਸਾਰ ਇਹ ਮਿਲ ਰਿਹਾ ਹੈ ਕਿ ਸਿਰਫ n ਨੂੰ n-1 ਨਾਲ ਬਦਲ ਦਿੱਤਾ ਜਾਂਦਾ ਹੈ। ਇਸ ਲਈ ਇਸ ਦਾ ਅਰਥ ਇਹ ਹੈ ਕਿ ਇੱਥੇ ਇਹ ਇੰਟੀਗਰਲ ਹੋਰ ਕੁਝ ਨਹੀਂ ਪਰ ਗਾਮਾ n ਹੈ। ਇਸ ਲਈ ਸਾਨੂੰ ਇਹ ਰਿਲੇਸ਼ਨ ਮਿਲਿਆ ਹੈ ਕਿ ਗਾਮਾ n ਪਲੱਸ 1 ਗਾਮਾ n ਪਲੱਸ 1 n ਗਾਮਾ n ਦੇ ਇਕੁਅਲ ਹੈ ਅਤੇ ਇਹ ਇੱਕ ਬਹੁਤ ਹੀ ਜ਼ਰੂਰੀ ਰਿਲੇਸ਼ਨ ਹੈ ਜਿਸ ਦੀ ਵਰਤੋਂ ਇਸ ਗਾਮਾ ਫੰਕਸ਼ਨ ਦੇ ਮੁਲਾਂਕਣ ਲਈ ਕੀਤੀ ਜਾਏਗੀ। ਜੇਕਰ n ਇੱਕ ਪੋਜ਼ਿਟਿਵ ਇੰਟੀਜਰ ਹੈ, ਜੇ n ਇੱਕ ਪੋਜ਼ਿਟਿਵ ਇੰਟੀਜਰ ਹੈ ਤਾਂ ਕੀ ਹੋਵੇਗਾ? ਇਸ ਲਈ ਜਦੋਂ n ਇੱਕ ਪੋਜ਼ਿਟਿਵ ਇੰਟੀਜਰ ਹੁੰਦਾ ਹੈ, ਅਸੀਂ ਇਸ ਕੇਸ ਵਿੱਚ ਆਸਾਨੀ ਨਾਲ ਮੁਲਾਂਕਣ ਕਰ ਸਕਦੇ ਹਾਂ ਕਿਉਂਕਿ ਪਰਿਭਾਸ਼ਾ ਅਨੁਸਾਰ ਜਾਂ ਇਸ ਰੈਫਰੈਂਸ ਰਿਲੇਸ਼ਨ ਦੇ ਅਨੁਸਾਰ ਸਾਨੂੰ ਗਾਮਾ n ਮਿਲਦਾ ਹੈ ਜੋ ਅਸੀਂ ਟਰਮਜ਼ ਰੂਪ ਵਿੱਚ ਲਿਖ ਸਕਦੇ ਹਾਂ ਕਿ ਗਾਮਾ n n-1 ਗਾਮਾ n-1 ਹੋਵੇਗਾ। ਇਸ ਲਈ ਜੇ ਮੈਂ ਇੱਥੇ ਗਾਮਾ n ਦੀ ਵਰਤੋਂ ਕਰਦਾ ਹਾਂ ਅਤੇ ਅਸੀਂ ਇਸ ਰਿਲੇਸ਼ਨ ਦੀ ਵਰਤੋਂ ਕਰਦੇ ਹਾਂ ਤਾਂ ਇਹ n-1 ਅਤੇ ਗਾਮਾ n-1 ਹੋਵੇਗਾ। ਦੁਬਾਰਾ ਗਾਮਾ n-1 ਲਈ ਅਸੀਂ ਉਸ ਰਿਲੇਸ਼ਨ ਦੀ ਵਰਤੋਂ ਕਰ ਸਕਦੇ ਹਾਂ। ਇਸ ਲਈ ਸਾਡੇ ਕੋਲ n-1 ਹੈ ਅਤੇ ਇਹ n-1 ਅਤੇ ਗਾਮਾ n-2 ਹੈ ਅਤੇ ਅਸੀਂ ਇਸ ਨੂੰ ਦੁਹਰਾਉਂਦੇ ਰਹਿ ਸਕਦੇ ਹਾਂ। ਇਸ ਲਈ n-2 ਗਾਮਾ n-2 ਇਸ ਲਈ n-2 ਫਿਰ ਇੱਥੇ n-3 ਗਾਮਾ n-3 ਇਸ ਲਈ ਇਹ ਉਦੋਂ ਤੱਕ ਕੰਟੀਨਿਊ ਰਹੇਗਾ ਜਦੋਂ ਤੱਕ ਸਾਨੂੰ ਇਹ 2 ਅਤੇ ਫਿਰ ਗਾਮਾ 1 ਨਹੀਂ ਪ੍ਰਾਪਤ ਹੁੰਦਾ। ਇਸ ਲਈ ਕਿਸੇ ਪੁਆਇੰਟ ਤੇ ਅਸੀਂ ਉੱਥੇ ਗਾਮਾ 2 ਦੀ ਤਰ੍ਹਾਂ ਪ੍ਰਾਪਤ ਕਰਾਂਗੇ, ਫਿਰ ਅਸੀਂ ਗਾਮਾ 1 ਅਤੇ ਇਸੇ ਤਰ੍ਹਾਂ ਲਿਖ ਸਕਦੇ ਹਾਂ। ਇਸ ਲਈ ਅਸੀਂ ਇਹ ਪ੍ਰਾਪਤ ਕਰਾਂਗੇ ਜਦੋਂ n ਇੱਕ ਪੋਜ਼ਿਟਿਵ ਇੰਟੀਜਰ ਹੈ, ਅਸੀਂ ਇਹ ਸਿੰਪਲੀਫਿਕੇਸ਼ਨ ਪ੍ਰਾਪਤ ਕਰਾਂਗੇ ਕਿ ਗਾਮਾ ਜਿਸਨੂੰ ਅਸੀਂ ਹੁਣ ਆਸਾਨੀ ਨਾਲ ਕੰਪਿਊਟ ਕਰ ਸਕਦੇ ਹਾਂ ਅਤੇ ਅਸੀਂ ਇਸ ਦੇ ਨਾਲ ਖਤਮ ਕਰਾਂਗੇ ਕਿਉਂਕਿ ਇਹ ਇੱਕ ਪੋਜ਼ਿਟਿਵ ਇੰਟੀਜਰ ਸੀ ਅਤੇ ਅਸੀਂ ਸਿਰਫ ਇੱਕ ਦੁਆਰਾ ਘਟਾ ਰਹੇ ਹਾਂ। ਇਸ ਲਈ ਅਸੀਂ ਸਧਾਰਨ ਤੌਰ ਤੇ ਇਸ ਗਾਮਾ 1 ਦੇ ਨਾਲ ਖਤਮ ਕਰਾਂਗੇ। ਇਸ ਲਈ ਇਹ ਗਾਮਾ 1 ਜੇ ਅਸੀਂ ਇਸ ਇੰਟੀਗਰਲ ਤੋਂ ਵੇਖਦੇ ਹਾਂ, ਇਸ ਲਈ ਜਦੋਂ ਅਸੀਂ ਸਬਸਟੀਟਿਊਟ ਕਰਦੇ ਹਾਂ n 0 ਦੇ ਇਕੁਅਲ ਹੁੰਦਾ ਹੈ। ਜੇ ਅਸੀਂ ਇੱਥੇ ਸਬਸਟੀਟਿਊਟ ਕਰਦੇ ਹਾਂ n ਇੰਟੀਗਰਲ ਵਿੱਚ 0 ਦੇ ਇਕੁਅਲ ਹੁੰਦਾ ਹੈ ਤਾਂ ਸਾਡੇ ਕੋਲ ਗਾਮਾ 1 ਹੁੰਦਾ ਹੈ। ਇਸ ਲਈ n 0 ਦੇ ਇਕੁਅਲ ਹੈ, ਭਾਵ ਇਹ ਟਰਮ ਖਤਮ ਹੋ ਜਾਵੇਗੀ। ਇਸ ਲਈ ਸਾਡੇ ਕੋਲ ਇਨਫਿਨਿਟੀ e ਪਾਵਰ ਮਾਈਨਸ x dx ਦਾ ਇੰਟੀਗਰਲ 0 ਹੈ ਜੋ ਕਿ ਗਾਮਾ 1 ਹੈ ਅਤੇ ਇਸ ਇੰਟੀਗਰਲ ਦਾ ਅਸੀਂ ਆਸਾਨੀ ਨਾਲ ਮੁਲਾਂਕਣ ਕਰ ਸਕਦੇ ਹਾਂ ਕਿਉਂਕਿ ਐਕਸਪੋਨੈਂਟ ਮਾਈਨਸ x ਇੰਟੀਗਰਲ ਮਾਈਨਸ ਐਕਸਪੋਨੈਂਟ x ਹੈ ਅਤੇ ਸਾਡੇ ਕੋਲ ਲਿਮਿਟ ਇੱਥੇ 0 ਤੋਂ ਇਨਫਿਨਿਟੀ ਹੈ। ਇਸ ਲਈ ਜਦੋਂ x ਇਨਫਿਨਿਟੀ ਦੇ ਨੇੜੇ ਪਹੁੰਚਦਾ ਹੈ ਤਾਂ ਸਾਨੂੰ 0 n ਪਲੱਸ x 0 ਦੇ ਨੇੜੇ ਪਹੁੰਚਣ ਤੇ ਸਾਨੂੰ 1 ਮਿਲੇਗਾ ਤਾਂ ਇਹ 1 ਹੋਵੇਗਾ। ਇਸ ਲਈ ਇਸ ਗਾਮਾ 1 ਦੀ ਵੈਲਿਊ 1 ਹੈ। ਇਸ ਲਈ ਹੁਣ ਸਾਡੇ ਕੋਲ ਇਹ ਵੈਲਿਊ ਹੈ, ਸਾਡੇ ਕੋਲ ਗਾਮਾ n 1 2 3 ਦੇ ਇਕੁਅਲ ਹੈ। n-1 ਤੱਕ ਪ੍ਰੋਡਕਟ ਜੋ ਫੈਕਟੋਰੀਅਲ ਦੀ ਟਰਮਜ਼ ਵਿੱਚ ਹੈ ਅਸੀਂ ਲਿਖ ਸਕਦੇ ਹਾਂ। ਇਸ ਦਾ ਮਤਲਬ ਹੈ ਕਿ ਗਾਮਾ n ਕੁਝ ਵੀ ਨਹੀਂ ਹੈ ਪਰ ਫੈਕਟੋਰੀਅਲ n-1 ਹੈ ਤਾਂ ਜੋ ਸਾਨੂੰ ਵਧੀਆ ਰਿਲੇਸ਼ਨ ਮਿਲੇ। ਉਹ ਅਜਿਹਾ ਇੰਟੀਗਰਲ ਜੋ ਕਿ ਇੰਪ੍ਰੋਪਰ ਇੰਟੀਗਰਲ ਸੀ ਪਰ ਸਾਡੇ ਕੋਲ ਟਰਮਜ਼ ਦੇ ਰੂਪ ਵਿੱਚ ਇੱਕ ਚੰਗਾ ਰਿਲੇਸ਼ਨ ਹੈ। ਇਹ ਫੈਕਟੋਰੀਅਲ ਜਦੋਂ n ਘੱਟੋ ਘੱਟ ਇਸ ਸਧਾਰਨ ਕੇਸ ਵਿੱਚ ਇੰਟੀਜਰ ਹੁੰਦਾ ਹੈ ਤਾਂ ਗਾਮਾ n-1 ਹੋ ਰਿਹਾ ਹੈ। ਹੁਣ ਅੱਗੇ ਵਧਦੇ ਹੋਏ ਸਾਡੇ ਕੋਲ ਹੋਰ ਵਧੀਆ ਰਿਲੇਸ਼ਨ ਹੈ ਨਾ ਕਿ ਕੇਵਲ ਇੰਟੀਰੀਅਰ ਲਈ ਬਲਕਿ ਇਸ ਹਾਫ ਲਈ ਵੀ ਘੱਟੋ ਘੱਟ ਗਾਮਾ ਹਾਫ ਲਈ ਜੋ ਕਿ ਦੁਬਾਰਾ ਉਪਯੋਗੀ ਹੋਣ ਜਾ ਰਿਹਾ ਹੈ। ਇਸ ਲਈ ਜੇ ਸਾਡੇ ਕੋਲ ਉਹ ਰੈਫਰੈਂਸ ਰਿਲੇਸ਼ਨ ਗਾਮਾ n+1 ਤੋਂ n ਗਾਮਾ n ਤੱਕ ਹੈ, ਇਸ ਲਈ ਕੁਝ ਇੰਟੀਜਰ ਲਈ ਵੀ ਅਸੀਂ ਉਸ ਰੈਫਰੈਂਸ ਰਿਲੇਸ਼ਨ ਦੀ ਵਰਤੋਂ ਕਰਕੇ ਕੰਪਿਊਟ ਕਰ ਸਕਦੇ ਹਾਂ ਅਤੇ ਅੰਤ ਵਿੱਚ ਜੇਕਰ ਅਸੀਂ ਇਸ ਗਾਮਾ ਹਾਫ ਨਾਲ ਖਤਮ ਕਰਦੇ ਹਾਂ ਤਾਂ ਨਿਸ਼ਚਿਤ ਰੂਪ ਵਿੱਚ ਅਸੀਂ ਵੈਲਿਊ ਪ੍ਰਾਪਤ ਕਰ ਸਕਦੇ ਹਾਂ।
ਇਸ ਲਈ ਇਹ ਦੁਬਾਰਾ ਉਪਯੋਗੀ ਹੋਵੇਗਾ। ਇਸ ਲਈ ਗਾਮਾ ਹਾਫ ਸਕੁਏਅਰ ਰੂਟ ਪਾਈ, ਜਿਸ ਨੂੰ ਅਸੀਂ ਗਾਮਾ n ਦੀ ਪਰਿਭਾਸ਼ਾ ਦੁਆਰਾ ਦੇਖ ਸਕਦੇ ਹਾਂ 0 to ਇਨਫਿਨਿਟੀ e ਪਾਵਰ ਮਾਈਨਸ x ਅਤੇ x ਪਾਵਰ n-1 dx। ਇਸ ਲਈ ਜੇਕਰ ਅਸੀਂ x ਨੂੰ ਇਸ ਇੰਟੀਗਰਲ ਵਿੱਚ y ਸਕੁਏਅਰ ਦੇ ਇਕੁਅਲ ਸਬਸਟੀਟਿਊਟ ਕਰਦੇ ਹਾਂ, ਜੇ ਅਸੀਂ x ਨੂੰ y ਸਕੁਏਅਰ ਦੇ ਇਕੁਅਲ ਸਬਸਟੀਟਿਊਟ ਕਰਦੇ ਹਾਂ, ਤਾਂ ਇਹ ਗਾਮਾ ਇੰਟੀਗਰਲ ਦਾ ਇੱਕ ਹੋਰ ਫਾਰਮ ਹੋਵੇਗਾ। ਇਸ ਲਈ ਸਬਸਟੀਟਿਊਸ਼ਨ ਲਈ ਕੀ ਹੋਵੇਗਾ, dx 2y dy ਬਣ ਜਾਵੇਗਾ। ਲਿਮਿਟਸ ਇੱਕੋ ਜਿਹੀਆਂ ਰਹਿਣਗੀਆਂ, ਇਸ ਲਈ ਸਾਡੇ ਕੋਲ 0 ਤੋਂ ਇਨਫਿਨਿਟੀ e ਪਾਵਰ ਮਾਈਨਸ y ਸਕੁਏਅਰ ਹੋਵੇਗੀ ਅਤੇ ਇਹ xy ਸਕੁਏਅਰ ਹੋਵੇਗਾ। ਇਸ ਲਈ y ਤੋਂ n ਅਤੇ ਫਿਰ -2 ਪਰ dx ਦੁਬਾਰਾ ਫਿਰ 2y dy ਹੈ। ਇਸ ਲਈ ਇਹ y ਇਸ ਲਈ ਇਹ 2 ਟਾਈਮ 0 ਤੋਂ ਇਨਫਿਨਿਟੀ e ਪਾਵਰ ਮਾਈਨਸ y ਸਕੁਏਅਰ ਅਤੇ ਸਾਡੇ ਕੋਲ y ਪਾਵਰ 2n -1 n dy ਹੈ। ਇਸ ਲਈ ਇਹ ਗਾਮਾ ਇੰਟੀਗਰਲ ਦਾ ਇੱਕ ਹੋਰ ਰੂਪ ਹੈ ਜਿਸ ਦੀ ਹੁਣ ਅਸੀਂ ਵਰਤੋਂ ਕਰਾਂਗੇ। ਇਸ ਲਈ ਇਹ 2 ਟਾਈਮ 0 ਤੋਂ ਇਨਫਿਨਿਟੀ ਪਾਵਰ ਮਾਈਨਸ y ਸਕੁਏਅਰ y ਪਾਵਰ 2n -1 dy ਹੈ। ਅਤੇ ਹੁਣ ਤੁਸੀਂ ਇਸ n ਲਈ ਸਬਸਟੀਟਿਊਟ ਕਰੋਗੇ ਕਿਉਂਕਿ n ਅੱਧੇ ਦੇ ਇਕੁਅਲ ਹੈ, ਇਸ ਲਈ ਇਸ ਨਾਲ ਸਾਡੇ ਕੋਲ ਇਨਫਿਨਿਟੀ ਤੋਂ 2 ਟਾਈਮਸ 0 ਹੈ। ਇਹ y ਪਾਵਰ ਜਦੋਂ n ਅੱਧੀ ਹੁੰਦੀ ਹੈ ਤਾਂ ਇਹ 0 ਬਣ ਜਾਂਦੀ ਹੈ। ਇਸ ਲਈ y ਪਾਵਰ 0 1 ਸਾਡੇ ਕੋਲ e ਪਾਵਰ ਮਾਈਨਸ y ਸਕੁਏਅਰ dy ਹੈ ਅਤੇ ਇਹ ਚੰਗੀ ਤਰ੍ਹਾਂ ਜਾਣਿਆ ਜਾਂਦਾ ਇੰਟੀਗਰਲ ਹੈ, ਜਿਸ ਦਾ ਅਸੀਂ ਮੁਲਾਂਕਣ ਵੀ ਕਰਾਂਗੇ ਜਦੋਂ ਅਸੀਂ ਬਾਅਦ ਵਿੱਚ ਡਬਲ ਇੰਟੀਗਰਲ ਬਾਰੇ ਗੱਲ ਕਰਾਂਗੇ। ਪਰ ਇਹ ਇੱਕ ਇਸ ਇੰਟੀਗਰਲ 0 ਦੀ ਵੈਲਿਊ ਤੋਂ ਇਨਫਿਨਿਟੀ e ਪਾਵਰ ਮਾਈਨਸ y ਸਕੁਏਅਰ ਅਤੇ ਇਸ dy ਹੈ। ਵਾਸਤਵ ਵਿੱਚ ਅਸੀਂ ਬਾਅਦ ਵਿੱਚ ਵੇਖਾਂਗੇ ਕਿ ਇਸ ਮਾਈਨਸ ਇਨਫਿਨਿਟੀ ਪਲੱਸ ਇਨਫਿਨਿਟੀ ਪਾਵਰ ਮਾਈਨਸ y ਸਕੁਏਅਰ ਦੀ ਵੈਲਿਊ ਇਹ ਹੋ ਜਾਂਦੀ ਹੈ ਸਕੁਏਅਰ ਰੂਟ ਪਾਈ y। ਇਸ ਲਈ ਇਸ ਸਮੇਂ ਅਸੀਂ ਇਹ ਮੰਨ ਲਵਾਂਗੇ, ਪਰ ਇਹ ਬਹੁਤ ਉਪਯੋਗੀ ਹੈ। ਇਹ ਵੈਲਿਊ ਸਕੁਏਅਰ ਰੂਟ ਪਾਈ ਨੂੰ ਯਾਦ ਰੱਖਣਾ ਇੰਟੀਗਰਲ ਅਤੇ ਬਿਹਤਰ ਹੈ। ਅਤੇ ਹੁਣ ਇਹ 1 ਹੈ। ਅਸੀਂ ਇਸ ਦਾ 2 ਟਾਈਮਸ ਮੁਲਾਂਕਣ ਕਰ ਸਕਦੇ ਹਾਂ ਅਤੇ ਇਸ ਇੰਟੀਗਰਲ ਦੀ ਵੈਲਿਊ ਸਕੁਏਅਰ ਰੂਟ ਪਾਈ ਇਹ ਆ ਰਹੀ ਹੈ। ਦੁਆਰਾ ਤੋਂ ਕਿਉਂਕਿ ਇਹ ਮਾਈਨਸ ਇਨਫਿਨਿਟੀ ਤੋਂ ਇਨਫਿਨਿਟੀ ਤੱਕ ਦੀ ਅੱਧੀ ਰੇਂਜ ਵਿੱਚ ਨਹੀਂ ਹੈ, ਪਰ ਇਹ 0 ਤੋਂ ਇਨਫਿਨਿਟੀ ਤੱਕ ਹੈ। ਇਸ ਤਰ੍ਹਾਂ ਇਹ 2 ਟਾਈਮਸ ਅਤੇ ਇਹ ਸਕੁਏਅਰ ਰੂਟ ਪਾਈ ਬਾਏ 2 ਅਤੇ ਇਸ ਨੂੰ ਕੈਂਸਲ ਕਰਨ ਲਈ ਅਤੇ ਫਿਰ ਸਾਡੇ ਕੋਲ ਵੈਲਿਊ ਸਕੁਏਅਰ ਰੂਟ ਪਾਈ ਹੈ। ਇਸ ਲਈ ਗਾਮਾ ਹਾਫ ਸਕੁਏਅਰ ਰੂਟ ਪਾਈ ਸਾਡੇ ਦੁਆਰਾ ਮੁਲਾਂਕਣ ਤੋਂ ਬਿਨਾਂ ਕੀ ਦਿੱਤਾ ਗਿਆ ਹੈ। ਅਸੀਂ ਇਸ ਵੈਲਿਊ ਦੀ ਵਰਤੋਂ ਕਰਦੇ ਹਾਂ, ਪਰ ਕੁਝ ਲੈਕਚਰਾਂ ਤੋਂ ਬਾਅਦ ਅਸੀਂ ਇਸ ਦਾ ਮੁਲਾਂਕਣ ਕਰਾਂਗੇ ਡਬਲ ਇੰਟੀਗਰਲ ਬਾਰੇ ਚਰਚਾ ਕਰਦੇ ਸਮੇਂ। ਇਸ ਲਈ ਇਹ ਬਾਅਦ ਵਿੱਚ ਲਈ ਅਤੇ ਹੁਣ ਸਾਡੇ ਕੋਲ ਕਈ ਵੱਖੋ ਵੱਖਰੇ ਰੂਪ ਵੀ ਹਨ, ਜਿਵੇਂ ਕਿ ਅਸੀਂ ਸਿਰਫ ਗਾਮਾ ਫੰਕਸ਼ਨ ਲਈ ਕੁਝ ਸਬਸਟੀਟਿਊਸ਼ਨ ਦੁਆਰਾ ਵੇਖਿਆ ਹੈ ਜਿਸ ਦਾ ਅਸੀਂ m ਰੂਪ ਹਾਂ। ਬੀਟਾ ਫੰਕਸ਼ਨ ਲਈ ਵੀ ਇਹੀ ਹੋਇਆ ਹੈ। ਤਾਂ ਆਓ ਅਸੀਂ ਕੁਝ ਰੂਪਾਂ ਨੂੰ ਵੇਖੀਏ ਜੋ ਇੰਟੀਗਰਲ ਦਾ ਮੁਲਾਂਕਣ ਕਰਨ ਜਾਂ ਵੱਖਰੇ ਫਾਰਮੈਟ ਵਿੱਚ ਇੰਟੀਗਰਲ ਦੀ ਪਛਾਣ ਕਰਨ ਲਈ ਉਪਯੋਗੀ ਹੋ ਸਕਦੇ ਹਨ। ਇਸ ਲਈ ਸਾਡੇ ਕੋਲ ਬੀਟਾ mn ਦੀ ਇਹ ਮਿਆਰੀ ਪਰਿਭਾਸ਼ਾ ਹੈ ਅਤੇ ਜੇ ਅਸੀਂ ਇੱਥੇ ਉਦਾਹਰਨ ਲਈ ਸਬਸਟੀਟਿਊਟ ਕਰਦੇ ਹਾਂ, x 1 ਓਵਰ 1 ਪਲੱਸ y ਦੇ ਇਕੁਅਲ ਹੁੰਦਾ ਹੈ। ਇਸ ਲਈ ਉਸ ਸਥਿਤੀ ਵਿੱਚ dx ਮਾਈਨਸ 1 ਓਵਰ 1 ਪਲੱਸ y ਸਾਰੇ ਦਾ ਸਕੁਏਅਰ ਹੋ ਜਾਵੇਗਾ ਅਤੇ ਫਿਰ dy। ਇਸ ਲਈ ਇਹ ਰਿਲੇਸ਼ਨ ਹੋਵੇਗਾ ਅਤੇ ਫਿਰ ਇਹ ਬੀਟਾ mn ਬਣ ਜਾਵੇਗਾ। ਇਸ ਲਈ ਆਓ ਅਸੀਂ ਲਿਮਿਟਸ ਬਾਰੇ ਗੱਲ ਕਰੀਏ। ਇਸ ਲਈ x ਜਦੋਂ x 0 ਦੇ ਨੇੜੇ ਆ ਰਿਹਾ ਸੀ ਤਾਂ y ਇਨਫਿਨਿਟੀ ਦੇ ਨੇੜੇ ਆ ਰਿਹਾ ਹੈ। ਇਸ ਲਈ ਅਸੀਂ ਇਸ ਇੰਟੀਗਰਲ ਨੂੰ ਇਸ ਮਾਈਨਸ ਸਾਈਨ ਦੇ ਰੂਪ ਵਿੱਚ ਪ੍ਰਾਪਤ ਕਰਾਂਗੇ ਅਤੇ ਇਹ ਇਨਫਿਨਿਟੀ ਦੇ ਨੇੜੇ ਆ ਜਾਵੇਗਾ ਜਦੋਂ x 1 ਦੇ ਨੇੜੇ ਆ ਰਿਹਾ ਹੈ। ਜਦੋਂ x 1 ਦੇ ਨੇੜੇ ਆ ਰਿਹਾ ਹੈ, y ਤੱਕ ਪਹੁੰਚ ਜਾਵੇਗਾ। ਇਸ ਲਈ 1 ਇਕੁਅਲ 1 ਓਵਰ 1 ਪਲੱਸ y ਦੇ ਇਕੁਅਲ ਹੈ। ਇਸ ਦਾ ਮਤਲਬ ਹੈ ਕਿ 1 ਪਲੱਸ y 1 ਹੈ, ਇਸ ਲਈ y 0 ਹੈ। ਇਸ ਲਈ y 0 ਦੇ ਨੇੜੇ ਆਵੇਗੀ ਅਤੇ ਫਿਰ ਸਾਡੇ ਕੋਲ ਇਹ ਮਾਈਨਸ ਸਾਈਨ ਨਿਸ਼ਾਨ ਹੈ, ਇਸ ਲਈ ਜੋ ਕਿ ਲਿਮਿਟਸ ਨੂੰ ਵਾਪਸ ਕਰ ਦੇਵੇਗਾ। ਇਸ ਲਈ ਸਾਡੇ ਕੋਲ ਉਥੇ ਇਨਫਿਨਿਟੀ ਤੋਂ 0 ਹੈ ਅਤੇ ਇਨਫਿਨਿਟੀ ਤੋਂ 0 ਅਤੇ ਫਿਰ ਸਾਡੇ ਕੋਲ ਇਹ x ਹੈ ਜੋ 1 ਓਵਰ 1 ਪਲੱਸ y ਨਾਲ ਬਦਲ ਜਾਂਦੀ ਹੈ। ਇਸ ਲਈ ਸਾਡੇ ਕੋਲ ਇੱਥੇ 1 ਓਵਰ 1 ਪਲੱਸ y ਪਾਵਰ m ਮਾਈਨਸ 1 ਮਾਈਨਸ x ਹੋਵੇਗਾ। ਇਸ ਲਈ ਇੱਥੋਂ ਅਸੀਂ ਇਸ ਨੂੰ 1 ਮਾਈਨਸ x ਵੀ ਪ੍ਰਾਪਤ ਕਰ ਸਕਦੇ ਹਾਂ। ਇਸ ਲਈ 1 ਮਾਈਨਸ x ਕੀ ਹੋਵੇਗਾ?
ਇਸ ਲਈ 1 ਮਾਈਨਸ x 1 ਮਾਈਨਸ 1 ਓਵਰ 1 ਪਲੱਸ y ਹੋਵੇਗਾ ਅਤੇ ਇਹ 1 ਪਲੱਸ y ਮਾਈਨਸ 1 ਓਵਰ 1 ਪਲੱਸ y ਹੈ। ਇਸ ਲਈ ਇਹ y ਓਵਰ 1 ਪਲੱਸ y ਹੋਵੇਗਾ। ਇਸ ਲਈ ਇੱਥੇ y ਪਾਵਰ n ਮਾਈਨਸ 1 ਜੋ ਬਿਲਕੁਲ ਇੱਥੇ ਹੈ ਅਤੇ ਇਹ 1 ਪਲੱਸ y ਪਾਵਰ n ਮਾਈਨਸ 1 ਹੈ। ਇਸ ਲਈ ਹੁਣ ਉਹਨਾਂ ਪਾਵਰਾਂ ਨੂੰ ਜੋੜਦੇ ਹੋਏ ਇੱਥੇ ਸਾਡੇ ਕੋਲ ਇਹ m ਮਾਈਨਸ 1 ਪਾਵਰ ਹੈ ਤਾਂ ਇੱਥੇ ਸਾਡੇ ਕੋਲ n ਮਾਈਨਸ 1 ਪਾਵਰ ਇਸ ਲਈ ਹੋਵੇਗੀ m ਪਲੱਸ n ਅਤੇ ਮਾਈਨਸ 2 ਪਰੇ 1 ਪਲੱਸ y ਪਾਵਰ 2 ਇੱਥੇ ਕੈਂਸਲ ਹੋ ਜਾਣਗੇ ਅਸੀਂ ਉਹ 2 ਇੱਥੇ ਹਾਂ ਇਸ ਲਈ ਪਾਵਰ m ਪਲੱਸ n ਪ੍ਰਾਪਤ ਕਰਾਂਗੇ। ਇਸ ਲਈ ਇਹ ਬੀਟਾ ਫੰਕਸ਼ਨ ਦਾ ਇੱਕ ਹੋਰ ਰੂਪ ਹੈ। ਇੱਥੇ y ਪਾਵਰ n ਮਾਈਨਸ 1 ਅਤੇ 1 ਪਲੱਸ y ਪਾਵਰ m ਪਲੱਸ 1 ਦਿੱਤਾ ਗਿਆ ਹੈ ਅਤੇ ਸਾਨੂੰ ਇਹ ਨੋਟ ਕਰਨਾ ਚਾਹੀਦਾ ਹੈ ਕਿ ਇਸ ਸਬਸਟੀਟਿਊਸ਼ਨ ਦੇ ਨਾਲ ਇੰਟੀਗਰਲ ਲਿਮਿਟਸ ਪੂਰੀ ਤਰ੍ਹਾਂ ਬਦਲ ਜਾਂਦੀਆਂ ਹਨ। ਇਸ ਲਈ ਮੂਲ ਇੰਟੀਗਰੇਟ ਵਿੱਚ 0 ਤੋਂ 1 ਸੀ ਪਰ ਇਹ ਵੀ ਉਹੀ ਫੰਕਸ਼ਨ ਹੈ ਪਰ ਇਸ 0 ਤੋਂ ਇਨਫਿਨਿਟੀ ਹੋਣ ਦੇ ਨਾਲ। ਹੁਣ ਤਸਵੀਰ ਵਿੱਚ ਜਾਂ ਅਸੀਂ ਕਰ ਸਕਦੇ ਹਾਂ ਕਿਉਂਕਿ ਇਹ ਇੱਕ ਸਿਮੈਟ੍ਰਿਕ ਫੰਕਸ਼ਨ ਹੈ ਇਸ ਲਈ mn ਅਸੀਂ m ਦੁਆਰਾ n ਅਤੇ n ਦੁਆਰਾ n ਨਾਲ ਬਦਲ ਸਕਦੇ ਹਾਂ ਵੈਲਿਊ ਵੱਖਰੀ ਨਹੀਂ ਹੋਵੇਗੀ ਇਸ ਲਈ ਸਾਡੇ ਕੋਲ y ਪਾਵਰ ਇੱਥੇ m ਮਾਈਨਸ 1 n 1 ਪਲੱਸ x ਪਾਵਰ m ਪਲੱਸ n ਹੈ। ਇਸ ਲਈ ਇਹ ਇੰਟੀਗਰਲ ਜਾਂ ਇਹ ਇੰਟੀਗਰਲ ਉਹ ਉਹੀ ਹਨ ਜਿਨ੍ਹਾਂ ਦੀ ਵੈਲਿਊ ਬੀਟਾ mn ਦੇ ਬਰਾਬਰ ਹੈ। ਅਸੀਂ ਇੱਕ ਹੋਰ ਰੂਪ ਪ੍ਰਾਪਤ ਕਰ ਸਕਦੇ ਹਾਂ ਜਦੋਂ ਅਸੀਂ ਇਸ x ਨੂੰ sin ਸਕੁਏਅਰ ਥੀਟਾ ਦੇ ਇਕੁਅਲ ਸਬਸਟੀਟਿਊਟ ਕਰਦੇ ਹਾਂ। ਇਸ ਲਈ ਇਸ x ਦਾ ਹੋਣਾ sin ਸਕੁਏਅਰ ਥੀਟਾ ਦੇ ਇਕੁਅਲ ਹੈ। ਇਸ ਲਈ ਦੁਬਾਰਾ ਫਿਰ ਇਹ sin ਸਕੁਏਅਰ 2 m ਮਾਈਨਸ 1 ਬਣ ਜਾਵੇਗਾ ਇਹ 1 ਮਾਈਨਸ sin ਸਕੁਏਅਰ ਥੀਟਾ ਹੋਵੇਗਾ। ਇਸ ਲਈ ਇਹ cos ਸਕੁਏਅਰ ਥੀਟਾ ਹੋਵੇਗਾ। ਇਸ ਲਈ ਇੱਥੇ ਇਹ cos ਸਕੁਏਅਰ ਥੀਟਾ ਪਾਵਰ n ਹੋਵੇਗੀ ਅਤੇ ਇੱਥੇ 1 ਮਾਈਨਸ ਹੋਵੇਗਾ। sin ਸਕੁਏਅਰ ਥੀਟਾ ਪਾਵਰ m ਮਾਈਨਸ 1 ਹਨ ਅਤੇ ਫਿਰ dx sin ਥੀਟਾ ਬਣ ਜਾਵੇਗਾ ਅਤੇ sin ਥੀਟਾ cos ਥੀਟਾ ਬਣ ਜਾਵੇਗਾ ਅਤੇ d ਥੀਟਾ ਅਤੇ ਫਿਰ ਲਿਮਿਟ। ਇਸ ਲਈ ਲਿਮਿਟਸ ਜਦੋਂ x 0 ਹੈ ਇਸ ਲਈ ਥੀਟਾ ਵੀ 0 ਹੋ ਜਾਵੇਗਾ ਜਦੋਂ 1 ਇਸ ਲਈ ਇਹ π/2 ਹੋਏਗਾ। ਇਸ ਲਈ ਹੁਣ ਅਸੀਂ ਇੱਥੇ ਪ੍ਰਾਪਤ ਕਰ ਰਹੇ ਹਾਂ ਇਹ 2 ਟਾਈਮਸ ਹੈ 2 ਟਾਈਮਸ ਅਤੇ ਫਿਰ sin ਪਾਵਰ ਇਸ ਲਈ 2m ਮਾਈਨਸ 1 ਇਸ ਲਈ ਇਹ ਸਕੁਏਅਰ 2m ਮਾਈਨਸ 2 ਸੀ ਪਰ ਇੱਕ ਸਾਈਨ ਉੱਥੇ ਹੈ ਇਸ ਲਈ ਸਾਡੇ ਕੋਲ ਹੈ 2m ਮਾਈਨਸ 1 ਅਤੇ ਫਿਰ ਇਹੀ ਚੀਜ਼ ਇੱਥੇ cos ਪਾਵਰ 2n ਮਾਈਨਸ 1 d ਥੀਟਾ ਲਈ ਹੈ ਸੋ ਇਹ 1 ਹੈ। ਟ੍ਰਿਗਨੋਮੈਟ੍ਰਿਕ ਫੰਕਸ਼ਨਾਂ ਦੀਆਂ ਟਰਮਜ਼ ਦੇ ਰੂਪ ਵਿੱਚ ਇਹ ਬੀਟਾ mn ਦਾ ਇੱਕ ਹੋਰ ਰੂਪ। ਇਸ ਲਈ ਬੀਟਾ mn 2 ਅਤੇ 0 2 ਪਾਈ ਸਾਈਨ ਬਣ ਰਿਹਾ ਹੈ 2m ਮਾਈਨਸ 1 cos 2n ਮਾਈਨਸ 1 d ਥੀਟਾ ਜਾਂ ਸਿਰਫ ਇਸ ਸਾਰੇ m ਅਤੇ n ਨੂੰ ਬਦਲ ਕੇ ਅਸੀਂ ਇਸ ਸਾਈਨ ਨੂੰ 2n ਮਾਈਨਸ 1 ਥੀਟਾ ਅਤੇ cos 2m ਮਾਈਨਸ 1 ਥੀਟਾ ਵੀ ਪ੍ਰਾਪਤ ਕਰ ਸਕਦੇ ਹਾਂ। ਅਤੇ ਹੁਣ ਅਸੀਂ ਗਾਮਾ ਫੰਕਸ਼ਨਾਂ ਦੇ ਕੁਝ ਵੱਖਰੇ ਰੂਪਾਂ ਦੀ ਖੋਜ ਵੀ ਕਰ ਸਕਦੇ ਹਾਂ ਜੋ ਕਿ e ਪਾਵਰ ਮਾਈਨਸ x ਪਾਵਰ n ਮਾਈਨਸ 1 ਹੈ ਅਤੇ ਇਸ ਸਥਿਤੀ ਵਿੱਚ ਜੇ ਅਸੀਂ ਇਸ x ਨੂੰ ਲੈਂਬਡਾ y ਦੇ ਇਕੁਅਲ ਨੂੰ ਸਬਸਟੀਟਿਊਟ ਕਰਦੇ ਹਾਂ ਇਸ ਲਈ x ਲੈਂਬਡਾ y ਦੇ ਇਕੁਅਲ ਹੈ ਅਤੇ ਲਿਮਿਟਸ ਇੱਕੋ ਜਿਹੀਆਂ ਰਹਿਣਗੀਆਂ ਅਤੇ ਸਾਡੇ ਕੋਲ ਥੋੜਾ ਵੱਖਰਾ ਰੂਪ ਹੈ ਇਸ ਲਈ ਇਹ ਲੈਂਬਡਾ n ਮਾਈਨਸ 1 ਇਸ ਟਰਮ ਤੋਂ ਬਾਹਰ ਆ ਜਾਵੇਗਾ ਅਤੇ ਮੂਲ ਰੂਪ ਵਿੱਚ ਸਾਡੇ ਕੋਲ ਇਹ ਇੰਟੀਗਰਲ 0 ਇਨਫਿਨਿਟੀ ਤੋਂ ਮਾਈਨਸ ਲੈਂਬਡਾ y ਪਾਵਰ n ਮਾਈਨਸ dy ਗਾਮਾ n ਓਵਰ ਲੈਂਬਡਾ n ਹੈ। ਨਾਲ ਹੀ ਜੇ ਅਸੀਂ ਇਸੀ ਪਾਵਰ ਮਾਈਨਸ x ਦੇ ਇਕੁਅਲ t ਨੂੰ ਸਬਸਟੀਟਿਊਟ ਕਰਦੇ ਹਾਂ ਤਾਂ ਸਾਡੇ ਕੋਲ ਦੁਬਾਰਾ ਬਹੁਤ ਵੱਖਰਾ ਰੂਪ ਹੋਵੇਗਾ ਕਿਉਂਕਿ ਹੁਣ ਸਾਨੂੰ 1 ਓਵਰ t ਪਾਵਰ x ਮਿਲਦਾ ਹੈ ਇਸ ਲਈ ਸਾਨੂੰ 1 ਓਵਰ t ਲਾਈਨ ਦੇ ਰੂਪ ਵਿੱਚ x ਪ੍ਰਾਪਤ ਹੁੰਦਾ ਹੈ। ਇਸ ਲਈ e ਪਾਵਰ ਮਾਈਨਸ x ਨੂੰ t ਦੁਆਰਾ ਬਦਲਿਆ ਜਾਂਦਾ ਹੈ ਅਤੇ ਫਿਰ x ਨੂੰ ln 1 t ਪਾਵਰ n ਮਾਈਨਸ 1 ਨਾਲ ਬਦਲ ਦਿੱਤਾ ਜਾਵੇਗਾ। ਇਸ ਲਈ ਇਸ dx ਦੇ ਨਾਲ ਇਹ e ਪਾਵਰ ਮਾਈਨਸ x dt ਬਣ ਜਾਵੇਗੀ ਇਸ ਲਈ ਇੱਥੇ ਕੋਈ ਵਾਧੂ ਟਰਮ ਨਹੀਂ ਆ ਰਹੀ ਹੋਵੇਗੀ। ਅਤੇ ਫਿਰ ਸਾਡੇ ਕੋਲ ਗਾਮਾ n ਮਾਈਨਸ 1 ਤੋਂ 0 ਦੇ ਰੂਪ ਵਿੱਚ ਹੈ ਜੋ ਦੁਬਾਰਾ 0 ਤੋਂ 1 ਨਾਲ ਬਦਲਿਆ ਜਾਵੇਗਾ। ਇਸ ਲਈ ਇਹ ਇਸ ਗਾਮਾ ਫੰਕਸ਼ਨ ਦਾ ਇੱਕ ਹੋਰ ਰੂਪ ਹੈ ਅਤੇ ਇਸ ਇੰਟੀਗਰਲ ਦੇ ਟਰਮਜ਼ ਵਿੱਚ ਕਿ ਅਜਿਹੇ ਇੰਟੀਗਰਲ ਨੂੰ ਸਿਰਫ ਇੱਕ ਗਾਮਾ ਦੇ ਰੂਪ ਵਿੱਚ ਲਿਖਿਆ ਜਾ ਸਕਦਾ ਹੈ।
ਇਸ ਲਈ ਇਸ ਗਾਮਾ ਅਤੇ ਬੀਟਾ ਫੰਕਸ਼ਨ ਦੇ ਵਿਚਕਾਰ ਰਿਲੇਸ਼ਨ ਅਸੀਂ ਜਾਣਦੇ ਹਾਂ ਕਿ ਜਦੋਂ mn ਦੋਵੇਂ ਇੰਟੀਜ਼ਰ ਹੁੰਦੇ ਹਨ ਤਾਂ ਅਸੀਂ ਇਹ ਰਿਲੇਸ਼ਨ ਵੇਖਿਆ ਹੈ ਕਿ bmn ਨੂੰ ਫੈਕਟੋਰੀਅਲ m-1 ਫੈਕਟੋਰੀਅਲ n-1 ਅਤੇ m+n-1 ਫੈਕਟੋਰੀਅਲ ਦੇ ਰੂਪ ਵਿੱਚ ਲਿਖਿਆ ਜਾ ਸਕਦਾ ਹੈ। ਗਾਮਾ ਫੰਕਸ਼ਨ ਦੇ ਟਰਮਜ਼ ਵਿੱਚ ਕਿਉਂਕਿ ਅਸੀਂ ਉਸ ਰਿਲੇਸ਼ਨ ਨੂੰ ਵੇਖਿਆ ਹੈ ਕਿ ਇਹ ਗਾਮਾ m ਕੁਝ ਵੀ ਨਹੀਂ ਹੈ ਪਰ ਫੈਕਟੋਰੀਅਲ m-1 ਅਤੇ ਗਾਮਾ n ਕੁਝ ਵੀ ਨਹੀਂ ਹੈ ਪਰ ਇਹ ਫੈਕਟੋਰੀਅਲ n-1 ਗਾਮਾ m+n ਫੈਕਟੋਰੀਅਲ m+n-1 ਹੋਵੇਗਾ। ਅਤੇ ਕਿਹੜੀ ਦਿਲਚਸਪ ਗੱਲ ਹੈ ਜੋ ਅਸੀਂ ਇੱਥੇ ਨਹੀਂ ਦਿਖਾ ਰਹੇ ਕਿ ਇਹ ਨਤੀਜਾ ਜਿਸ ਦੇ ਅੰਤ ਵਿੱਚ ਇਹ ਨਤੀਜਾ ਉਦੋਂ ਵੀ ਹੁੰਦਾ ਹੈ ਜਦੋਂ ਇਹ mn ਅਤੇ ਇੰਟੀਜ਼ਰ ਨਹੀਂ ਹੁੰਦੇ, ਇਸ ਲਈ ਉਹ ਉਸ ਸਥਿਤੀ ਵਿੱਚ ਵੀ ਸਿਰਫ ਇੱਕ ਪੋਜ਼ਿਟਿਵ ਨੰਬਰ ਹਨ। ਇਹ ਨਤੀਜੇ ਰੱਖਦਾ ਹੈ ਕਿਉਂਕਿ ਇਹ ਗਾਮਾ ਗੈਰ ਇੰਟੀਜ਼ਰ ਦੇ ਨਾਲ-ਨਾਲ ਸਧਾਰਨ ਤੌਰ ਤੇ ਪਰਿਭਾਸ਼ਿਤ ਕੀਤਾ ਗਿਆ ਹੈ। ਇਸ ਲਈ ਇਸ ਬੀਟਾ mn ਨੂੰ ਗਾਮਾ n ਓਵਰ ਗਾਮਾ m+n ਦੇ ਰੂਪ ਵਿੱਚ ਪਰਿਭਾਸ਼ਿਤ ਕੀਤਾ ਗਿਆ ਹੈ। ਇਹ ਦਿਖਾਉਣ ਲਈ ਸਿਰਫ ਇੱਕ ਉਦਾਹਰਣ ਹੈ ਕਿ ਕੀ ਸਾਡੇ ਕੋਲ ਇਹ ਇੰਟੀਗਰਲ ਹੈ ਜਿਸ ਦਾ ਅਸੀਂ 1-x ਲਈ 0 ਤੋਂ x ਪਾਵਰ ਦਾ ਮੁਲਾਂਕਣ ਕਰਨਾ ਚਾਹੁੰਦੇ ਹਾਂ। 5 dx ਦੀ ਪਾਵਰ ਅਸੀਂ ਬੀਟਾ ਫੰਕਸ਼ਨ ਦੀ ਪਰਿਭਾਸ਼ਾ ਜਾਣਦੇ ਹਾਂ। ਇਸ ਲਈ ਕਈ ਵਾਰ ਪਛਾਣਨਾ ਮੁਸ਼ਕਲ ਹੁੰਦਾ ਹੈ ਪਰ ਇਸ ਸਥਿਤੀ ਵਿੱਚ ਸਾਡੇ ਲਈ ਕੁਝ ਸਬਸਟੀਟਿਊਸ਼ਨ ਰੂਪ ਵਿੱਚ ਇਹ ਇੰਨਾ ਮੁਸ਼ਕਲ ਨਹੀਂ ਹੁੰਦਾ। ਅਸੀਂ ਆਸਾਨੀ ਨਾਲ ਇਸ ਰੂਪ ਵਿੱਚ ਕਨਵਰਟ ਕਰ ਸਕਦੇ ਹਾਂ ਅਤੇ ਫਿਰ ਅਸੀਂ ਮੁਲਾਂਕਣ ਕਰ ਸਕਦੇ ਹਾਂ। ਇਸ ਲਈ ਉਦਾਹਰਣ ਦੇ ਲਈ ਇਸ ਮਾਮਲੇ ਵਿੱਚ ਜੇ ਅਸੀਂ ਇਹ ਸਕੁਏਅਰ ਰੂਟ x ਲੈਂਦੇ ਹਾਂ ਤਾਂ ਇੱਕ t ਹੈ। ਜੇ ਅਸੀਂ ਇੱਥੇ ਸਕੁਏਅਰ ਰੂਟ x t ਲਿਆ ਹੈ ਇਸ ਲਈ ਇਹ 1-t ਹੋਵੇਗਾ ਜੋ ਕਿ ਅਸੀਂ ਇਸ ਬੀਟਾ ਰੂਪ ਤੇ ਵੇਖਣਾ ਚਾਹੁੰਦੇ ਹਾਂ। ਇਸ ਲਈ ਇਸ ਦਾ ਮਤਲਬ ਹੈ ਕਿ ਇਹ xt ਸਕੁਏਅਰ ਦੇ ਇਕੁਅਲ ਹੈ। ਅਸੀਂ ਲਿਖ ਸਕਦੇ ਹਾਂ ਇਸ ਲਈ ਇਹ t ਪਾਵਰ 8 ਬਣ ਜਾਵੇਗਾ ਅਤੇ ਇਹ 1-t ਪਾਵਰ 5 ਹੈ। n dx2t dt ਬਣ ਜਾਵੇਗਾ। ਇਸ ਲਈ ਇਹ t ਪਾਵਰ 9 ਅਤੇ 1-t ਪਾਵਰ 5t dt। ਇਸ ਲਈ ਇਹ ਬਿਲਕੁਲ ਇੰਟੀਗਰਲ ਹੈ ਜਿਸ ਬਾਰੇ ਅਸੀਂ ਇਸ ਬੀਟਾ ਵਿੱਚ ਗੱਲ ਕਰ ਰਹੇ ਹਾਂ। ਇਸ ਲਈ ਅਸੀਂ ਇਸ ਨੂੰ ਬੀਟਾ ਦੇ ਰੂਪ ਵਿੱਚ ਲਿਖ ਸਕਦੇ ਹਾਂ। ਇਸ ਲਈ ਇੱਥੇ ਸਾਡੇ ਕੋਲ m-1 ਹੈ ਜੋ ਕਿ 9 ਦਾ ਮਤਲਬ ਹੈ ਕਿ ਸਾਡੇ ਕੋਲ 10 ਹਨ। ਇਸ ਲਈ ਇੱਥੇ ਅਸੀਂ ਇਹ ਬੀਟਾ 10 6 ਹਾਂ। ਇਸ ਲਈ ਇਹ 2 ਟਾਈਮਸ ਹੈ ਅਤੇ ਇਹ ਬੀਟਾ ਫੰਕਸ਼ਨ ਆਰਗੂਮੈਂਟ 10 ਅਤੇ 6 ਜਿਸ ਦਾ ਅਸੀਂ ਹੁਣ ਮੁਲਾਂਕਣ ਕਰ ਸਕਦੇ ਹਾਂ ਇਹ ਇੱਥੇ ਇੰਟੀਜ਼ਰਸ ਹਨ। ਇਸ ਲਈ ਗਾਮਾ 10 ਗਾਮਾ 6 ਅਤੇ ਗਾਮਾ 16 ਇਸ ਵਿੱਚੋਂ ਕੁਝ ਪਹਿਲਾਂ ਫਾਰਮੂਲੇ ਦੁਆਰਾ ਦਿਖਾਏ ਗਏ ਅਤੇ ਇਹ ਗਾਮਾ ਇਸ ਲਈ ਅਸੀਂ ਮੁਲਾਂਕਣ ਕਰ ਸਕਦੇ ਹਾਂ। ਇਸ ਲਈ ਇਹ ਫੈਕਟੋਰੀਅਲ 9 ਹੈ, ਇਹ ਫੈਕਟੋਰੀਅਲ 5 ਹੈ ਅਤੇ ਇਹ ਫੈਕਟੋਰੀਅਲ 15 ਹੈ। ਅਤੇ ਦੁਬਾਰਾ ਅਸੀਂ ਇਸ ਨੂੰ ਸਰਲ ਬਣਾ ਸਕਦੇ ਹਾਂ ਅਤੇ ਇਹ ਸਾਡੀ ਆਉਣ ਵਾਲੀ ਇੱਕ ਸੰਖਿਆ 15015 ਹੋਵੇਗੀ। ਇਸ ਲਈ ਅਸੀਂ ਇਸ ਬੀਟਾ ਫੰਕਸ਼ਨ ਦੀ ਮਦਦ ਨਾਲ ਅਜਿਹੇ ਕਈ ਇੰਟੀਗਰਲ ਦਾ ਮੁਲਾਂਕਣ ਕਰ ਸਕਦੇ ਹਾਂ। ਇਸ ਲਈ ਕਨਕਲੂਜਨ ਇਹ ਹੈ ਕਿ ਅਸੀਂ ਬੀਟਾ ਫੰਕਸ਼ਨ ਦੀਆਂ ਇਹ ਦੋ ਪਰਿਭਾਸ਼ਾਵਾਂ ਅਤੇ ਇਹਨਾਂ ਫੰਕਸ਼ਨਾਂ ਦਾ ਮੁਲਾਂਕਣ ਕਰਨਾ ਸਿੱਖਿਆ ਹੈ। ਅਤੇ ਮੁੱਖ ਤੌਰ ਤੇ ਦਿਲਚਸਪ ਗੱਲ ਇਹ ਸੀ ਕਿ ਗਾਮਾ ਦਾ ਹੱਦ ਸਾਡੇ ਕੋਲ ਸਕੁਏਅਰ ਰੂਟ ਪਾਈ ਦੀ ਕੀਤੀ ਗਈ ਗਣਨਾ ਹੈ ਅਤੇ ਇਹ ਰਿਲੇਸ਼ਨ ਬੀਟਾ ਅਤੇ ਗਾਮਾ ਫੰਕਸ਼ਨ ਵਿਚਕਾਰ ਬਹੁਤ ਉਪਯੋਗੀ ਹੈ। ਇਸ ਲਈ ਬੀਟਾ mn ਹੈ ਗਾਮਾ n ਓਵਰ ਗਾਮਾ m+n। ਇਸ ਲਈ ਇਹ ਉਹ ਹਵਾਲੇ ਹਨ ਜਿਨ੍ਹਾਂ ਦੀ ਵਰਤੋਂ ਕੀਤੀ ਗਈ ਹੈ। ਧੰਨਵਾਦ।